ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅੱਜ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ। ਕੁਝ ਖਬਰਾਂ ਸਾਡੀਆਂ ਸਰੀ ਦੀਆਂ, ਬ੍ਰਿਟਿਸ਼ ਕੋਲੰਬੀਆ ਦੀਆਂ, ਕੁਝ ਖਬਰਾਂ ਦੁਨੀਆ ਦੀਆਂ, ਕੁਝ ਖਬਰਾਂ ਕੈਨੇਡਾ ਦੀਆਂ। ਸਰੀ ਤੋਂ ਸ਼ੁਰੂ ਕਰਦੇ ਹਾਂ। ਸਰੀ ਦੇ ਵਿੱਚ 84 ਐਵਨਿਊ ਬਾਰੇ ਸਾਰੇ ਜਾਣਦੇ ਆ ਕਿ 84 ਐਵਨਿਊ ਨੂੰ ਵੱਡਾ ਕਰਨ ਦੀ, 84 ਐਵਨਿਊ ਨੂੰ ਪੂਰਾ ਕਰਨ ਦੀ ਗੱਲਬਾਤ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਸ਼ਾਇਦ ਕਈ ਸਾਲਾਂ ਤੋਂ ਚੱਲ ਰਹੀ ਹੈ। ਇੱਕ ਦਹਾਕਾ ਪਹਿਲਾਂ 10-11 ਸਾਲ ਪਹਿਲਾਂ ਵੀ ਇਹ ਗੱਲਬਾਤ ਚੱਲੀ ਸੀ। ਟ੍ਰੈਫਿਕ ਦੀ ਸਮੱਸਿਆ ਸਰੀ ਦੇ ਵਿੱਚ ਬਹੁਤ ਆਉਂਦੀ ਆ। ਥੋੜ੍ਹਾ ਜਿਹਾ ਕਿਸੇ ਨੇ ਦੂਰ ਜਾਣਾ ਹੋਵੇ ਉਹਨੂੰ ਕਿੰਨਾ ਟਾਈਮ ਲੱਗ ਜਾਂਦਾ, ਜਿੰਨਾ ਕਿ ਆਮ ਤੌਰ 'ਤੇ ਲੱਗਣਾ ਨਹੀਂ ਚਾਹੀਦਾ। ਇਹਦਾ ਕਾਰਨ ਇਹ ਹੈ ਕਿ ਸਰੀ ਦੀ ਵਸੋਂ ਵੱਧ ਰਹੀ ਆ। ਸਰੀ ਦੇ ਵਿੱਚ 1000 ਬੰਦਾ ਹਰ ਮਹੀਨੇ ਨਵਾਂ ਰਹਿਣ ਦੇ ਲਈ ਆ ਰਿਹਾ। ਇਹ ਗਿਣਤੀ ਬਹੁਤ ਵੱਡੀ ਆ। ਸੋ 10-11 ਸਾਲ ਪਹਿਲਾਂ ਇਹ ਗੱਲਬਾਤ ਚੱਲੀ ਸੀ, ਉਸ ਵੇਲੇ ਪੂਰੀ ਨਹੀਂ ਹੋਈ, ਤਾਂ ਹੁਣ ਇਹ ਗੱਲਬਾਤ ਪੂਰੀ ਹੋਣ ਜਾ ਰਹੀ ਹੈ ਕਿ 84 ਐਵਨਿਊ ਨੂੰ ਵੱਡਾ ਕੀਤਾ ਜਾਵੇ, 84 ਐਵਨਿਊ ਨੂੰ ਪੂਰਾ ਕੀਤਾ ਜਾਵੇ। ਇਹਦੇ ਹੱਕ ਦੇ ਵਿੱਚ ਵੀ ਗੱਲਾਂ ਬਾਤਾਂ ਚੱਲੀਆਂ, ਇਹਦੇ ਵਿਰੋਧ ਦੇ ਵਿੱਚ ਵੀ ਗੱਲਾਂ ਬਾਤਾਂ ਚੱਲੀਆਂ। ਇਹਦਾ ਵਿਰੋਧ ਵੀ ਕਰ ਰਿਹਾ ਕੁਝ ਲੋਕ, ਇਸ ਗੱਲ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਆ ਵੀ ਇਹਦੇ ਨਾਲ ਸਾਡੀ ਵਾਈਲਡ ਲਾਈਫ ਖਤਮ ਹੋ ਰਹੀ ਹੈ, ਇਹਦੇ ਨਾਲ ਗ੍ਰੀਨਰੀ ਖਤਮ ਹੋ ਰਹੀ ਹੈ। ਖਾਸ ਕਰ ਜਿਹੜਾ ਇੱਕ ਆਈਕੋਨਿਕ ਬੀਅਰ ਕ੍ਰੀਕ ਪਾਰਕ ਆ ਉਹਦੀ ਦਿੱਖ ਖਰਾਬ ਹੋ ਰਹੀ ਹੈ। ਪਰ ਸਮਾਂ ਅੱਜ ਕੱਲ੍ਹ ਦਾ ਇਹ ਦੱਸ ਰਿਹਾ ਕਿ ਇਹਦੇ ਤੋਂ ਬਿਨਾਂ ਹੱਲ ਕੋਈ ਨਹੀਂ। ਵਾਈਲਡ ਲਾਈਫ ਰਹਿਣੀ ਚਾਹੀਦੀ ਹੈ, ਗ੍ਰੀਨਰੀ ਰਹਿਣੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੈ। ਪਰ ਉਹਦੀ ਕੀਮਤ ਦੂਜੇ ਪਾਸੇ ਮਨੁੱਖੀ ਜਾਨਾਂ ਨਹੀਂ ਹੋਣੀਆਂ ਚਾਹੀਦੀਆਂ। ਮਨੁੱਖੀ ਜਾਨਾਂ ਦਾ ਇਹਦੇ ਨਾਲ ਕੀ ਸੰਬੰਧ ਆ? ਜਿਹੜਾ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਤੇ 88 ਵਾਲੀ ਇੰਟਰਸੈਕਸ਼ਨ ਆ, ਉੱਥੇ ਜਦੋਂ ਵੀ ਤੁਸੀਂ ਜਾਂਦੇ ਹੋ ਦੂਜੇ ਤੀਜੇ ਕੋਈ ਨਾ ਕੋਈ ਗੱਡੀ ਵੱਜੀ ਹੁੰਦੀ, ਕੋਈ ਨਾ ਕੋਈ ਐਕਸੀਡੈਂਟ ਹੋਇਆ ਹੁੰਦਾ। 2009 ਤੋਂ ਲੈ ਕੇ 2019 ਦੇ ਵਿੱਚ 11 ਸਾਲਾਂ ਦਾ ਜੇਕਰ ਸਮਾਂ ਦੇਖਿਆ ਜਾਵੇ, ਉਹਦੇ ਵਿੱਚ 2158 ਉੱਥੇ ਐਕਸੀਡੈਂਟ ਹੋਏ ਆ, ਟੱਕਰਾਂ ਹੋਈਆਂ ਇੱਕ ਦੂਜੇ ਦੇ ਵਿੱਚ। ਜਾਣੀ ਕਿ 216 ਇੱਕ ਸਾਲ ਦੇ ਵਿੱਚ ਉੱਥੇ ਐਕਸੀਡੈਂਟ ਹੋ ਰਹੇ ਆ। 216 ਦਾ ਮਤਲਬ ਵੀ ਹਰ ਦੂਜੇ ਦਿਨ ਇੱਕ ਐਕਸੀਡੈਂਟ ਹੋ ਰਿਹਾ, ਔਰ ਜਿਹਦੇ ਵਿੱਚ 1091 ਜਿਹੜੇ ਕੋਲਾਈਜਨਸ ਹੋਏ ਆ ਉਹਦੇ ਵਿੱਚ ਮੌਤਾਂ ਹੋਈਆਂ ਜਾਂ ਬਹੁਤ ਜ਼ਿਆਦਾ ਇੰਜਰੀ ਹੋਈ ਆ। ਹੁਣ ਇਸ ਗੱਲ ਨੂੰ ਜੇਕਰ ਤੁਸੀਂ ਦੇਖਦੇ ਆ, ਜੇ ਐਵਰੇਜ ਰੇਟ ਇਹਦਾ ਕੱਢਿਆ ਜਾਵੇ ਕਿ ਹਰ ਦੂਜੇ ਦਿਨ ਜਿਹੜੀ ਐਕਸੀਡੈਂਟ ਹੋ ਰਿਹਾ ਜਾਂ ਉਹਦੀ ਵਿਅਕਤੀ ਦੀ ਮੌਤ ਹੋ ਰਹੀ ਆ ਹਰ ਚੌਥੇ ਦਿਨ, ਇਹ ਸਾਰਾ ਕੁਝ ਰੁਕ ਸਕਦਾ। ਇਹਦੀ ਕੈਲਕੂਲੇਸ਼ਨ ਸਾਇੰਟੀਫਿਕਲੀ ਕੀਤੀ ਗਈ ਆ ਕਿ ਇੱਥੇ ਟ੍ਰੈਫਿਕ ਦਾ ਬੋਝ ਕਿਉਂ ਜ਼ਿਆਦਾ ਆ, ਕਿਉਂ ਜ਼ਿਆਦਾ ਐਕਸੀਡੈਂਟ ਹੋ ਰਹੇ ਆ। ਉਹਦਾ ਜਿਹੜਾ ਐਨਾਲਿਸਿਸ ਕੀਤਾ ਗਿਆ, ਉਹਦੇ ਤੋਂ ਬਾਅਦ ਦੱਸਿਆ ਗਿਆ ਕਿ ਹਰ ਸਾਲ ਇਹ 20% ਇਨਕਰੀਜ਼ ਹੋ ਰਹੇ ਆ ਜਿਹੜੀਆਂ ਐਕਸੀਡੈਂਟ ਜਾਂ ਇੰਜਰੀਜ਼ ਜਿਹੜੀਆਂ ਹੈਗੀਆਂ ਪਿਛਲੇ 10 ਸਾਲਾਂ ਦੇ ਵਿੱਚ। 84 ਐਵਨਿਊ ਰੋਡ ਐਕਸਟੈਂਸ਼ਨ ਦੇ ਨਾਲ ਟ੍ਰੈਫਿਕ ਵੋਲਿਊਮ 88 ਦੇ ਉੱਤੇ ਘਟ ਜਾਊਗਾ। ਜਿਹੜਾ 88 ਐਵਨਿਊ ਕਿੰਗ ਜਾਰਜ ਬੁਲੇਵਾਰਡ ਆ, ਇਹਦੇ ਵਿਚਕਾਰ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਘਟ ਜਾਣਗੇ। ਉਹਦੇ ਵਿੱਚ ਬਹੁਤ ਜ਼ਿਆਦਾ ਰਾਹਤ ਮਿਲੂਗੀ। ਇਹ ਗੱਲ ਮਤਲਬ ਜਿਹੜਾ ਸਿਟੀ ਆਫ ਸਰੀ ਆ ਉਹਨਾਂ ਨੇ ਸਾਇੰਟੀਫਿਕ ਐਨਾਲਿਸਿਸ ਕਰਾਇਆ, ਇਹਦੇ ਪਤਾ ਕੀਤਾ ਸਾਰਾ ਕੁਝ, ਉਹ ਹਿਸਾਬ ਕਿਤਾਬ ਲਾ ਕੇ ਉਹਨਾਂ ਨੇ ਦੱਸਿਆ ਕਿ ਇੱਥੇ ਹੋਣ ਵਾਲੀਆਂ ਮੌਤਾਂ ਅਤੇ ਇੱਥੇ ਜਿਹੜੀਆਂ ਇੰਜਰੀਜ਼ ਹੁੰਦੀਆਂ ਉਹਦੇ ਤੋਂ ਬਚਿਆ ਜਾ ਸਕਦਾ। ਸੋ 1000 ਦੇ ਕਰੀਬ ਜਿਹੜੇ ਨਵੇਂ ਰੈਜ਼ੀਡੈਂਟ, ਜਿੱਦਾਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਹਰ ਮਹੀਨੇ ਸਰੀ ਦੇ ਵਿੱਚ ਆ ਰਹੇ, ਅਤੇ ਉਹਨੇ ਜਾਣਾ ਤੇ ਨਾ ਰੋਡਸ ਦੇ ਉੱਤੇ ਹੀ ਆ, ਨਾ ਸਟਰੀਟਸ ਦੇ ਉੱਤੇ ਹੀ ਆ। ਅਤੇ ਇਹ ਉਹਦੇ ਲਈ ਫਿਰ ਨਵੇਂ ਜਿਹੜੀਆਂ ਐਕਸਟੈਂਸ਼ਨਸ ਆ, ਨਵੇਂ ਜਿਹੜੀਆਂ ਰੋਡਸ ਆ ਪੂਰੇ ਹੋਣਗੇ, ਬਣਨਗੇ, ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਇਹ ਆ ਕਿ 84 ਐਵਨਿਊ ਬਣਨਾ ਚਾਹੀਦਾ। ਟਰਾਂਸਪੋਰਟੇਸ਼ਨ ਦਾ ਨੈਟਵਰਕ ਇੱਥੇ ਹੋਣਾ ਚਾਹੀਦਾ ਜਿਹਦੇ ਨਾਲ ਲੋਕ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾ ਸਕਣ। ਦੂਜੀ ਗੱਲ ਆ ਵੀ ਕਾਰ ਪਾਰਕਿੰਗ ਦੀ ਸਮੱਸਿਆ, ਕਾਰਾਂ ਦੇ ਜਿਹੜੇ ਖਾਸ ਕਰ ਬੀਅਰ ਕ੍ਰੀਕ ਪਾਰਕ ਦੇ ਵਿੱਚ ਪਾਰਕਿੰਗ ਦੀ ਸਮੱਸਿਆ, ਉਹਦਾ ਵੀ ਹੱਲ ਇਸ 84 ਐਵਨਿਊ ਦੀ ਐਕਸਟੈਂਸ਼ਨ ਦੇ ਨਾਲ ਹੁੰਦਾ। ਜਿਹੜਾ 84 ਐਵਨਿਊ ਦਾ ਡਿਜ਼ਾਈਨ ਆ, ਜਿਹੜਾ ਦੱਸਿਆ ਜਾ ਰਿਹਾ ਕਿ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਜਾ ਰਿਹਾ। ਇੱਕ ਤਾਂ ਕਿੰਨੇ ਟਰੀ ਰਿਮੂਵ ਕੀਤੇ ਜਾਣੇ, ਕਿਉਂਕਿ ਇਹਦਾ ਵਿਰੋਧ ਕੱਲ੍ਹ ਜਦੋਂ ਕੌਂਸਲ ਦੇ ਵਿੱਚ ਸਿਟੀ ਆਫ ਸਰੀ ਦੇ ਵਿੱਚ ਇਹ ਮਤਾ ਪਾਸ ਹੋ ਰਿਹਾ ਸੀ, ਤਾਂ ਉਸ ਵੇਲੇ ਵੀ ਬਹੁਤ ਸਾਰੇ ਲੋਕ ਬਾਹਰ ਇਕੱਠੇ ਹੋਏ ਸੀ, ਸਿਟੀ ਹਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਕਿ ਸਾਨੂੰ ਮਨਜ਼ੂਰ ਨਹੀਂ ਆ। 9 ਦੇ ਵਿੱਚੋਂ 4 ਜਣਿਆਂ ਨੇ, ਕੌਂਸਲਰਸ ਨੇ ਵੀ ਵਿਰੋਧ ਕੀਤਾ, ਉਹਦੇ ਹੱਕ ਦੇ ਵਿੱਚ ਵੋਟ ਨਹੀਂ ਪਾਈ। 5 ਜਣਿਆਂ ਨੇ ਵੋਟ ਪਾਈ ਆ। ਮੇਅਰ ਨੇ ਇਹ ਗੱਲ ਅਨਾਊਂਸ ਕਰ ਦਿੱਤੀ ਹੈ। ਪਰ ਉਹ ਜਿਹੜੇ ਵਿਰੋਧ ਕਰਨ ਵਾਲੇ ਨੇ, ਉਹਨਾਂ ਦਾ ਲੌਜਿਕ ਇੱਕ ਜਿਹੜਾ ਸਭ ਤੋਂ ਵੱਡਾ ਹੈਗਾ ਕਿ ਜਿਹੜੀ ਗ੍ਰੀਨਰੀ ਆ ਖਤਮ ਹੋਊਗੀ, ਕਿ ਲਿਮਟਡ ਸਾਡੇ ਕੋਲ ਜਗ੍ਹਾ ਆ, ਉੱਥੇ ਹੀ ਸਿਰਫ ਜਿਹੜੀ ਹਰਿਆਲੀ ਆ, ਅਤੇ ਨਹੀਂ ਤਾਂ ਸਾਰੇ ਕੰਕਰੀਟ ਦੇ ਜੰਗਲ ਬਣ ਜਾਣਗੇ ਇੱਥੇ, ਸੜਕਾਂ, ਕਾਰਾਂ, ਪ੍ਰਦੂਸ਼ਣ। ਪਰ ਸਮੱਸਿਆ ਇਹ ਆ ਵੀ ਨਹੀਂ ਤਾਂ ਉਹ ਸਾਰਾ 88 ਦੇ ਉੱਤੇ ਜਾਊਗਾ। ਦੋ ਹੀ ਜਿਹੜੇ ਲੰਬੇ ਐਵਨਿਊ ਆ, ਜਾਂ 64 ਧੁਰ ਤੱਕ ਜਾਂਦਾ ਹੈ ਇੱਕ ਪਾਸੇ ਤੋਂ, ਈਸਟ ਤੋਂ ਵੈਸਟ ਤੱਕ, ਅਤੇ ਜਾਂ 96 ਜਾਂਦਾ ਹੈ। ਹੁਣ 84 ਜਿਹੜਾ ਆ ਉਹ ਇੱਕ ਵਿਚਕਾਰ ਜਗ੍ਹਾ ਮਿਲ ਜੂਗੀ ਜਿਹੜੀ ਦੂਜੇ ਪਾਸੇ ਜਾਊਗੀ। ਇਹਦੇ ਵਿੱਚ ਜਿਹੜਾ ਇਹ ਡਿਜ਼ਾਈਨ ਦੱਸਿਆ ਜਾ ਰਿਹਾ, ਸਿਟੀ ਆਫ ਸਰੀ ਨੇ ਜਿਹੜਾ ਮਾਡਲ ਦੱਸਿਆ ਹੈ, ਜਾਂ ਜਿਹਦੇ ਦੇ ਉੱਤੇ ਹੁਣ ਇਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਹੈ, ਔਰ ਅਗਲੇ ਸਾਲ ਸਤੰਬਰ ਤੱਕ ਇਹ ਖਤਮ ਹੋ ਜਾਊਗੀ, ਇਹ ਬਣ ਕੇ ਤਿਆਰ ਹੋ ਜਾਊਗਾ। ਇਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਕਿ ਕਿਹੜੇ ਕਿਹੜੇ ਟਰੀ ਰਿਮੂਵ ਕਰਨੇ ਆ, ਜਾਂ ਉੱਥੇ ਕੋਈ ਹਿਸਟੋਰੀਕਲ ਲੈਂਡ ਫਿਲਸ ਆ ਉਹਦਾ ਕੀ ਕਰਨਾ। ਔਰ ਬੀਅਰ ਕ੍ਰੀਕ ਦੇ ਵਿੱਚ ਜਿਹੜਾ ਇੱਕ
ਕਿੰਗ ਕ੍ਰੀਕ ਹੈਗਾ ਆ ਜਾਂ ਉੱਥੇ ਜਿਹੜੇ ਵਾਟਰ ਕੋਰਸਸ ਨੇ ਉੱਥੇ ਵਾਈਲਡ ਲਾਈਫ ਕ੍ਰਾਸਿੰਗਸ ਆ ਉਹਦਾ ਖਿਆਲ ਰੱਖਿਆ ਜਾ ਰਿਹਾ ਕਿ ਇੱਕ ਵੱਡਾ ਇਸ਼ੂ ਉਹਨਾਂ ਦਾ ਇਹ ਹੈ ਕਿ ਬਹੁਤ ਸਾਰੇ ਮੈਮਲਸ ਰਿਪਟਾਈਲਸ ਜਾਂ ਜਿਹੜੇ ਉਹ ਹੈਗੇ ਨੇ ਐਂਫੀਬੀਅਨਸ ਇਹ ਸਾਰੇ ਇੱਧਰ ਉੱਧਰ ਜਾਂਦੇ ਆ, ਜਾਨਵਰ ਡੱਡੂ ਹੋਰ ਜਿਹੜੇ ਹੈਗੇ ਆ ਇੱਧਰੋਂ ਉੱਧਰ ਜਾਂਦੇ ਆ, ਉਹਨਾਂ ਦੇ ਲਈ ਵੀ ਉਹ ਕਹਿੰਦੇ ਅਸੀਂ ਪ੍ਰਬੰਧ ਕੀਤਾ ਆ ਤਾਂ ਕਿ ਜਿਹੜੀ ਉੱਥੋਂ ਦੀ ਬਾਇਓਡਾਇਵਰਸਿਟੀ ਆ ਉਹ ਉਸੇ ਤਰ੍ਹਾਂ ਹੀ ਰਹੇ। ਇਹ ਕੈਲਕੂਲੇਸ਼ਨ ਕਰਕੇ ਇਹ ਰੋਡ ਬਣਾਇਆ ਜਾ ਰਿਹਾ ਕਿ ਉਹਦਾ ਨੁਕਸਾਨ ਘੱਟ ਤੋਂ ਘੱਟ ਹੋਊਗਾ ਔਰ ਜਿੰਨੀ ਨੇਚਰ ਨੂੰ ਮੇਨਟੇਨ ਰੱਖਿਆ ਜਾ ਸਕਦਾ ਉਹਦਾ ਜਿਹੜਾ ਡਰੇਨੇਜ ਪੈਟਰਨ ਆ ਉੱਥੇ ਦਾ, ਵਾਟਰ ਰਿਜ਼ਰਵ ਜਿਹੜੇ ਹੈਗੇ ਉੱਥੇ ਦੀ ਲੈਂਡਸਕੇਪਿੰਗ ਹੈਗੀ ਆ, ਉਹਦਾ ਖਾਸ ਤੌਰ 'ਤੇ ਖਿਆਲ ਰੱਖਿਆ ਜਾ ਰਿਹਾ ਕਿ ਇਹਦੇ ਨਾਲ ਘੱਟ ਤੋਂ ਘੱਟ ਨੁਕਸਾਨ ਹੋਵੇ। ਔਰ ਦੂਜੀ ਗੱਲ ਤੁਹਾਨੂੰ ਪਤਾ ਕਿ ਇਹੀ ਇੱਕ ਵੱਡੀ ਸਮੱਸਿਆ ਬੀਅਰ ਕ੍ਰੀਕ ਪਾਰਕ ਦੀ ਆਉਂਦੀ ਹੈ ਜਦੋਂ ਤੁਸੀਂ ਕਿੰਗ ਜਾਰਜ ਬੁਲੇਵਰਡ ਤੋਂ ਅੱਗੇ ਜਾ ਕੇ ਉਹ ਕਾਰਲੀ ਸੈਕ ਜਿਹਦੇ ਵਿੱਚ ਖਤਮ ਹੋ ਜਾਂਦੀ ਹੈ ਅਤੇ ਉਹਦੇ ਤੋਂ ਬਾਅਦ ਫਿਰ 140 ਵਾਲੇ ਪਾਸਿਓਂ ਇਹ ਅੰਦਰ ਨੂੰ ਆਉਂਦੀ ਹੈ। ਬਹੁਤ ਸਮਾਂ ਪਹਿਲਾਂ ਵੀ ਇਹ ਗੱਲਬਾਤ ਚੱਲੀ ਸੀ, ਕਈ ਕਾਰਨਾਂ ਕਰਕੇ ਉਸ ਵੇਲੇ ਇਹ ਬੰਦ ਹੋ ਗਈ ਸੀ, ਪਰ ਹੁਣ ਇਹ ਸਿਰੇ ਚੜ੍ਹ ਰਹੀ ਹੈ। ਸੋ ਸਿਟੀ ਆਫ ਸਰੀ ਦੇ ਵਿੱਚ ਦੂਜੀ ਜਿਹੜੀ ਬੀਅਰ ਕ੍ਰੀਕ ਪਾਰਕ ਆ, ਤੁਹਾਨੂੰ ਪਤਾ ਇਹਦੇ ਵਿੱਚ ਵੀ ਜਿਹੜੀ ਐਥਲੈਟਿਕ ਫੈਸਿਲਿਟੀ ਆ ਇਹਨੇ ਅਪਗ੍ਰੇਡ ਹੋਣਾ ਆ, ਇਹਦੀ ਜਿਹੜੀ ਕਪੈਸਿਟੀ ਆ ਵਧਾਈ ਜਾਣੀ ਆ। ਉੱਥੇ 200 ਐਡੀਸ਼ਨਲ ਪਾਰਕਿੰਗ ਸਟਾਲਸ ਚਾਹੀਦੀਆਂ ਆ ਤਾਂ ਕਿ ਉਹ ਫੈਸਿਲਿਟੀ ਯੂਜ਼ਰਸ ਉਹਨੂੰ ਚੰਗੀ ਤਰ੍ਹਾਂ ਵਰਤ ਸਕਣ। ਇਹਦੇ ਵਿੱਚੋਂ ਉਹਦੀ ਵੀ ਸਮੱਸਿਆ ਦਾ ਕਿਤੇ ਨਾ ਕਿਤੇ ਹੱਲ ਕੱਢਿਆ ਜਾ ਰਿਹਾ ਤਾਂ ਕਿ ਜਿਹੜੀਆਂ ਉੱਥੇ ਅਮੈਨਿਟੀਜ਼ ਆ ਉਹਨਾਂ ਨੂੰ ਵੱਧ ਤੋਂ ਵੱਧ ਲੋਕ ਵਰਤ ਸਕਣ, ਚਾਹੇ ਉੱਥੇ ਵਾਕਿੰਗ ਆ, ਚਾਹੇ ਟ੍ਰੇਲਸ ਆ, ਚਾਹੇ ਉੱਥੇ ਬੈਠਣਾ ਆ, ਚਾਹੇ ਪਬਲਿਕ ਆਰਟ ਆ। ਇਹ ਸਾਰੀਆਂ ਗੱਲਾਂ ਨੂੰ ਖਾਸ ਤੌਰ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਇਸ ਵੇਲੇ 88 ਐਵਨਿਊ ਕੰਟੀਨਿਊਸ ਰੋਡ ਆ ਪੂਰੀ ਸਿਟੀ ਦੇ ਵਿੱਚ, ਇਹ 64 ਤੇ 96 ਤੋਂ ਬਾਅਦ, ਅਤੇ ਇਹ ਸਰੀ ਦਾ ਜਿਹੜਾ ਬਿਜ਼ੀਐਸਟ ਈਸਟ ਵੈਸਟ ਕਨੈਕਟਰ ਵੀ ਆ। ਇਹਦੇ ਉੱਤੇ 40,000 ਵਹੀਕਲ ਇੱਕ ਦਿਨ ਦੇ ਵਿੱਚ ਜਾਂਦਾ ਆ। ਔਰ ਜਿਹੜਾ 84 ਦੇ ਵਿੱਚ ਮਿਸਿੰਗ ਲਿੰਕ ਆ ਕਿੰਗ ਜਾਰਜ ਬੁਲੇਵਰਡ ਤੇ 140 ਸਟਰੀਟ ਦਾ, ਇਹ ਜੇਕਰ ਕਿਤੇ ਨਾ ਕਿਤੇ ਠੀਕ ਹੋ ਜਾਂਦਾ ਆ, ਵੱਡੀ ਚੀਜ਼ ਇਹਦੇ ਵਿੱਚ ਛੋਟੇ ਮੋਟੇ ਹੋਰ ਤੋਂ ਇਲਾਵਾ ਜਿਹੜੀ ਵੱਡੀ ਰੌਲੇ ਵਾਲੀ ਗੱਲ ਆ ਉਹ ਇੱਥੇ ਹੀ ਆ, ਅਤੇ ਇਹਦੇ ਨਾਲ ਟਰੈਵਲ ਟਾਈਮ ਬਚ ਸਕਦਾ। ਬਹੁਤ ਸਾਰੇ ਲੋਕ ਜਿਹੜੇ ਕੰਮਾਂ 'ਤੇ ਜਾਂਦੇ ਆ, ਸਵੇਰ ਵੇਲੇ ਸਕੂਲ ਨੂੰ ਛੁੱਟੀ ਹੁੰਦੀ ਆ ਜਾਂ ਸ਼ਾਮ ਵੇਲੇ, ਉਸ ਵੇਲੇ ਉਹਨਾਂ ਦਾ ਟਰੈਵਲ ਟਾਈਮ ਬਹੁਤ ਬਚ ਸਕਦਾ। ਜਿਹੜੀ ਕੰਸਟਰਕਸ਼ਨ ਆ ਇੱਥੇ ਜਦੋਂ ਹੀ ਬੀਅਰ ਕ੍ਰੀਕ ਪਾਰਕ ਦੇ ਵਿੱਚ ਦੀ ਉਹ ਜਾਊਗੀ ਅਤੇ ਇਸ ਸਮਰ ਦੇ ਵਿੱਚ ਇਹਦਾ ਕੰਮਕਾਰ ਸ਼ੁਰੂ ਹੋ ਜਾਣਾ ਆ। 5-4 ਦੇ ਨਾਲ ਕੱਲ੍ਹ ਵੋਟਿੰਗ ਪਈ ਆ ਅਤੇ ਮੇਅਰ ਡਗ ਮਕੱਲਮ ਨੇ ਇਹ ਗੱਲ ਅਨਾਊਂਸ ਕੀਤੀ ਆ ਕਿ ਅਸੀਂ ਇਹਨੂੰ ਅਗਲੇ ਸਤੰਬਰ ਤੱਕ ਜਿਹੜਾ ਇਹਨੂੰ ਪੂਰਾ ਕਰ ਦਿਆਂਗੇ। ਸੋ 84 ਐਵਨਿਊ ਬਹੁਤ ਸਾਲਾਂ ਦੀ ਮੰਗ, ਬਹੁਤ ਸਾਲਾਂ ਦੀ ਇਹ ਗੱਲਬਾਤ ਪੂਰੀ ਕੀਤੀ ਜਾ ਰਹੀ ਆ। ਇਹਦੇ ਨਾਲ ਸਰੀ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਠੱਲ ਪਾਈ ਜਾ ਸਕਦੀ ਆ, ਕਾਫੀ ਹੱਦ ਤੱਕ ਇੱਥੇ ਇਹਨੂੰ ਰੋਕਿਆ ਜਾ ਸਕਦਾ ਜਿਹੜੇ ਐਕਸੀਡੈਂਟ ਹੋ ਰਿਹਾ। ਔਰ ਇਹ ਡਾਟਾ ਦੱਸ ਰਿਹਾ, ਜਿਹੜੀ ਕੈਲਕੂਲੇਸ਼ਨ ਇਹਨਾਂ ਦੀ ਉਹ ਦੱਸਦੀ ਆ ਕਿ ਇੰਨੇ ਮੌਤਾਂ ਤੇ ਇੰਨੇ ਐਕਸੀਡੈਂਟ ਜਿਹੜੇ ਖਾਸ ਕਰ ਕਿੰਗ ਜਾਰਜ ਬੁਲੇਵਰਡ ਤੇ 88 ਦੇ ਉੱਤੇ ਘਟ ਜਾਣਗੇ। ਬਾਕੀ ਆਉਣ ਵਾਲਾ ਸਮਾਂ ਦੱਸਦਾ ਕਿ ਪ੍ਰੈਕਟੀਕਲੀ ਕਿੰਨਾ ਕੁ ਇਹਦਾ ਨੁਕਸਾਨ ਵਾਤਾਵਰਨ ਨੂੰ ਹੁੰਦਾ ਹੈ, ਕਿੰਨਾ ਕੁ ਬਾਇਓਡਾਇਵਰਸਿਟੀ ਨੂੰ ਹੁੰਦਾ ਆ, ਅਤੇ ਕਿੰਨਾ ਕੁ ਇਹਨੂੰ ਜ਼ਿਆਦਾ ਇਹ ਟ੍ਰੈਫਿਕ ਨੂੰ ਹੱਲ ਕਰਨ ਦੇ ਵਿੱਚ ਇਹਦਾ ਹੱਲ ਹੁੰਦਾ। ਬਹੁਤ ਸਾਰੇ ਲੋਕਾਂ ਨੇ ਇਹਦੇ ਖਿਲਾਫ ਪਟੀਸ਼ਨ ਪਾਈ ਸੀ, ਕਈ ਉਹਨਾਂ ਨੇ ਸਾਈਨ ਕਰਵਾਏ ਵੀ ਆ। ਕੱਲ੍ਹ ਖਾਸ ਕਰ ਲਿੰਡਾ ਏਨਸ ਜਿਹੜੀ ਉਹ ਹੈ ਕਾਉਂਸਲਰ ਆ, ਉਹ ਵੀ ਇਹਨਾਂ ਦੇ ਨਾਲ ਸੀ, ਬਾਕੀ ਕਾਉਂਸਲਰ ਵੀ ਇਹਨਾਂ ਦੇ ਨਾਲ ਸੀਗੇ। ਉਹਨਾਂ ਨੇ ਆ ਕੇ ਦੱਸਿਆ ਆ ਕਿ ਲੋਕਾਂ ਦੀ ਰਾਏ ਵੱਧ ਲੈਣੀ ਚਾਹੀਦੀ ਸੀ। ਉਹਨਾਂ ਦਾ ਜਿਹੜਾ ਇਤਰਾਜ਼ ਆ ਕਿ ਲੋਕਾਂ ਨੂੰ ਜ਼ਿਆਦਾ ਪੁੱਛਿਆ ਜਾਣਾ ਚਾਹੀਦਾ ਸੀ। ਸਿਟੀ ਅਫਸਰ ਹੀ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਸਲਾਹ ਮਸ਼ਵਰਾ ਕੀਤਾ ਆ ਅਤੇ ਉਹਦੇ ਤੋਂ ਬਾਅਦ ਹੀ ਇਹ ਗੱਲਬਾਤ ਅਸੀਂ ਸਾਹਮਣੇ ਲੈ ਕੇ ਆਏ ਹਾਂ ਅਤੇ ਇਹ ਪ੍ਰੋਜੈਕਟ ਨੂੰ ਪੂਰਾ ਕਰ ਰਹੇ ਹਾਂ। ਸੋ ਵਿਰੋਧ ਕਰਨ ਵਾਲੇ ਅੱਜ ਵੀ, ਜਦੋਂ ਅਸੀਂ 1 ਤਰੀਕ ਨੂੰ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ 1 ਜੂਨ ਨੂੰ, ਹੁਣ ਵੀ ਕਿੰਗ ਜਾਰਜ ਬੁਲੇਵਰਡ ਤੇ 84 ਐਵਨਿਊ ਦੇ ਉੱਤੇ ਉਹ ਆਪਣੀ ਪਾਰਕ ਨੂੰ ਬਚਾਉਣ ਦੇ ਲਈ ਉੱਥੇ ਪ੍ਰੋਟੈਸਟ ਕਰ ਰਹੇ ਆ, ਉੱਥੇ ਸਾਰਾ ਕੁਝ ਕਰ ਰਹੇ ਆ। ਪਰ ਇਹ ਸਿਟੀ ਅਫਸਰ ਹੀ ਕਿਉਂਕਿ ਪਾਸ ਕਰ ਚੁੱਕਾ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਤੇ ਕੰਮ ਸ਼ੁਰੂ ਹੋ ਜਾਣਾ ਅਤੇ ਅਗਲੇ ਸਾਲ ਇਹ ਕੰਪਲੀਟ ਹੋ ਜਾਏਗਾ। ਦੋਸਤੋ, ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਆ। ਕੈਨੇਡਾ ਦਾ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਦੇ ਨਾਲ ਹੁਣ ਤੱਕ 1703 ਮੌਤਾਂ ਹੋ ਚੁੱਕੀਆਂ। ਅਸੀਂ ਰੋਜ਼ ਇਹ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਰੋਜ਼ ਬਰੀਫਿੰਗ ਹੁੰਦੀ ਆ, ਸਾਡੇ ਸਿਹਤ ਅਧਿਕਾਰੀ, ਸਾਡੇ ਪ੍ਰੀਮੀਅਰ, ਹੋਰ ਸਾਰੇ ਤੁਹਾਨੂੰ ਨਿੱਤ ਅੰਕੜੇ ਦੱਸਦੇ ਆ ਕਿ ਅੱਜ ਇੰਨੀਆਂ ਮੌਤਾਂ ਹੋ ਗਈਆਂ, ਅੱਜ ਇੰਨੇ ਨਵੇਂ ਕੇਸ ਆ ਗਏ। ਇੱਕ ਹੋਰ ਸ਼ਾਇਦ ਜੇ ਉਹਨੂੰ ਕਿਹਾ ਜਾਵੇ ਕਿ ਕਰੋਨਾ ਤੋਂ ਵੀ ਵੱਡੀ ਬਿਮਾਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫਿਰ ਰਹੀ ਹੈ, ਜਿਹਦੇ ਬਾਰੇ ਨਿੱਤ ਬਰੀਫਿੰਗ ਨਹੀਂ ਹੁੰਦੀ, ਨਿੱਤ ਸਾਨੂੰ ਪਤਾ ਨਹੀਂ ਲੱਗਦਾ ਅਤੇ ਸਾਨੂੰ ਇਹਨਾਂ ਚੀਜ਼ਾਂ ਦਾ ਅਸਰ ਵੀ ਨਹੀਂ ਹੁੰਦਾ। ਉਹ ਡਰੱਗ ਓਵਰਡੋਜ਼ ਦੇ ਨਾਲ ਪਿਛਲੇ ਸਾਲ 1716 ਮੌਤਾਂ ਹੋਈਆਂ। ਕੋਵਿਡ ਦੇ ਨਾਲ ਹੁਣ ਤੱਕ 1703 ਮੌਤਾਂ ਹੋਈਆਂ। ਜ਼ਿਆਦਾ ਨਸ਼ਾ ਕਰਨ ਦੇ ਨਾਲ, ਡਰੱਗ ਓਵਰਡੋਜ਼ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1716 ਮੌਤਾਂ ਹੋਈਆਂ ਅਤੇ ਹੁਣ ਤੱਕ ਪਿਛਲੇ
ਕੁਝ ਮਹੀਨਿਆਂ ਦੇ ਵਿੱਚ ਆਹ ਸਾਲ ਜਦੋਂ ਦਾ ਸ਼ੁਰੂ ਹੋਇਆ 680 ਮੌਤਾਂ ਹੋ ਚੁੱਕੀਆਂ। 1716 ਤੇ 680 ਨੂੰ ਜੋੜ ਲਓ ਤੇ 2396 ਬਣਦੀਆਂ। 2396 ਮੌਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਪਿਛਲੇ ਸਾਲ ਤੇ ਹੁਣ ਸਾਲ ਦੀਆਂ ਜੋੜ ਕੇ ਬਣ ਜਾਂਦੀਆਂ, ਜਿਹੜੀਆਂ ਕੋਵਿਡ ਨਾਲੋਂ ਨੰਬਰ ਕਿਤੇ ਜ਼ਿਆਦਾ ਆ। ਇਹਦੀ ਗੱਲਬਾਤ ਇੰਨੀ ਜ਼ਿਆਦਾ ਕਿਉਂ ਨਹੀਂ ਹੁੰਦੀ? ਕੋਵਿਡ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ, ਮੌਤਾਂ ਹੋ ਰਹੀਆਂ, ਸਾਰਾ ਕੁਝ ਬੰਦ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ ਤੋਂ ਜ਼ਿਆਦਾ ਲੋਕ, ਕੋਵਿਡ ਦੇ ਨਾਲੋਂ ਜ਼ਿਆਦਾ ਲੋਕ ਇਸ ਨਸ਼ੇ ਦੀ ਵਾਧ ਘਾਟ ਨਾਲ ਮਰ ਰਹੇ ਆ। ਇੱਥੇ ਗੱਲਬਾਤ ਕਿਉਂ ਨਹੀਂ ਹੁੰਦੀ? ਇਹਦਾ ਕਾਰਨ ਸ਼ਾਇਦ ਇਹ ਆ ਕਿ ਜਿਹੜੀ ਇਹ ਮਹਾਮਾਰੀ ਆ, ਜਿਹੜੀ ਓਵਰਡੋਜ਼ ਦੀ ਮਹਾਮਾਰੀ ਆ, ਨਸ਼ੇ ਦੀ ਮਹਾਮਾਰੀ ਆ, ਇਹ ਸਾਨੂੰ ਸਿੱਧਾ ਪ੍ਰਭਾਵਿਤ ਨਹੀਂ ਕਰਦੀ। ਇਹਦਾ ਸਿੱਧਾ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ। ਸਿੱਧਾ ਇਨ ਦਾ ਸੈਂਸ ਅਸਰ ਨਹੀਂ ਹੁੰਦਾ ਕਿ ਜਿਹੜਾ ਲੋਕਾਂ ਦੇ ਮਰਦੇ ਆ ਉਹਨਾਂ ਦੇ ਮਰਦੇ ਆ, ਜਿਨ੍ਹਾਂ ਦੇ ਨਹੀਂ ਮਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਤਾਂ ਟ੍ਰੈਫਿਕ ਬੰਦ ਹੁੰਦੇ ਆ, ਨਾ ਕੰਮਕਾਰ ਬੰਦ ਹੁੰਦੇ ਆ, ਨਾ ਬਿਜ਼ਨਸ ਬੰਦ ਹੁੰਦੇ ਆ, ਨਾ ਫਲਾਈਟਾਂ ਬੰਦ ਹੁੰਦੀਆਂ, ਤੇ ਨਾ ਹੋਰ ਕੁਝ ਰੁਕਦਾ। ਸਾਰਿਆਂ ਦੇ ਕੰਮਕਾਰ ਸਾਰਾ ਕੁਝ ਉਸੇ ਤਰ੍ਹਾਂ ਚੱਲੀ ਜਾਂਦਾ। ਪਰ ਲੋਕ ਕੋਵਿਡ ਤੋਂ ਵੀ ਜ਼ਿਆਦਾ ਨਸ਼ਾ ਕਰਨ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਰ ਰਹੇ ਨੇ। ਪਿਛਲੇ ਸਾਲ ਜਿੰਨੇ ਕਤਲ ਹੋਏ ਆ, ਜਿੰਨੇ ਲੋਕਾਂ ਨੇ ਸੁਸਾਈਡ ਕੀਤੀ ਹੈ, ਜਿੰਨੇ ਕਾਰਾਂ ਦੇ ਐਕਸੀਡੈਂਟ ਦੇ ਵਿੱਚ ਲੋਕ ਮਰੇ ਆ, ਉਹ ਸਾਰੇ ਰਲਾ ਲਓ ਤਾਂ ਵੀ ਉਹਨੇ ਨਹੀਂ ਬਣਦੇ ਜਿੰਨੇ ਇਕੱਲੇ ਨਸ਼ਾ ਕਰਨ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਰ ਚੁੱਕੇ ਆ। ਔਰ ਲਗਾਤਾਰ ਇਹ ਅੰਕੜਾ ਜਿਹੜਾ ਵੱਧ ਰਿਹਾ ਹੈ। ਇਕੱਲੇ ਅਪ੍ਰੈਲ ਮਹੀਨੇ ਦੇ ਵਿੱਚ 176 ਮੌਤਾਂ ਹੋਈਆਂ। 176 ਮੌਤਾਂ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ 6 ਦੇ ਕਰੀਬ ਬੰਦੇ ਰੋਜ਼ BC ਦੇ ਵਿੱਚ ਮਰੀ ਜਾਂਦੇ ਆ ਸਿਰਫ ਨਸ਼ਾ ਕਰਕੇ। ਔਰ ਉਹ ਨਸ਼ਾ ਕਰਨ ਵਾਲੇ ਤਾਂ ਬਹੁਤ ਜ਼ਿਆਦਾ ਹੈ, ਪਰ ਨਸ਼ਾ ਇੰਨਾ ਜ਼ਿਆਦਾ ਕਰ ਲੈਂਦੇ ਕਿ ਜਿਹਦੇ ਨਾਲ ਮੌਤ ਹੋ ਜਾਂਦੀ। ਔਰ ਹੁਣ ਤੱਕ ਦਾ ਸਭ ਤੋਂ ਹਾਈਐਸਟ ਇਹ ਮੰਥਲੀ ਟੋਟਲ ਆ। ਪਿਛਲੇ ਜਿਹੜੇ ਸਾਲਾਂ ਦੇ ਅੰਕੜੇ ਕੱਢ ਕੇ ਦੇਖ ਲਓ, ਹਰ ਸਾਲ ਹੀ ਇਹ ਨੰਬਰ ਵਧੀ ਜਾਂਦੇ, ਲਗਾਤਾਰ ਨੰਬਰ ਵਧੀ ਜਾਂਦੇ ਆ। ਜਿਹੜੇ BC ਕੋਰਨਰਸ ਸਰਵਿਸਿਜ਼ ਆ, ਉਹ ਆਪਣਾ ਡਾਟਾ ਦਿੰਦੇ ਆ, ਰਿਪੋਰਟਿੰਗ ਕਰਦੇ ਆ, ਔਰ ਕਦੇ ਕਿਸੇ ਦਾ ਧਿਆਨ ਉਹਦੇ ਵੱਲ ਜਾਂਦਾ, ਕਦੇ ਕਿਸੇ ਦਾ ਧਿਆਨ ਉਹਦੇ ਵੱਲ ਨਹੀਂ ਜਾਂਦਾ। ਪਹਿਲੇ 4 ਮਹੀਨਿਆਂ ਦੇ ਵਿੱਚ 680 ਮੌਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਜਾਣੀਆਂ। ਇਹ ਕੋਈ ਥੋੜ੍ਹਾ ਨੰਬਰ ਨਹੀਂ ਹੈ। 43% ਪਿਛਲੇ ਸਾਲ ਨਾਲੋਂ ਵਧਿਆ ਹੈ। 43% ਇਨਕਰੀਜ਼ ਆ ਇਸ ਨੰਬਰ ਦੇ ਵਿੱਚ। ਜੇਕਰ ਇਹਨੂੰ ਅਪ੍ਰੈਲ ਮਹੀਨੇ ਨੂੰ ਪਿਛਲੇ ਸਾਲ ਦੇ ਅਪ੍ਰੈਲ ਮਹੀਨੇ ਦੇ ਨਾਲ ਜੋੜ ਕੇ ਦੇਖਿਆ ਜਾਵੇ ਕਿ ਉਦੋਂ ਕਿੰਨੀਆਂ ਮੌਤਾਂ ਹੋਈਆਂ ਸੀ ਤੇ ਹੁਣ ਕਿੰਨੀਆਂ ਮੌਤਾਂ ਹੋਈਆਂ, 43% ਇਨਕਰੀਜ਼ ਆ। ਸੋ ਕੋਰਨਰਸ ਸਰਵਿਸ ਅਪ੍ਰੈਲ ਦੇ ਅੰਕੜੇ ਦੇ ਵਿੱਚ ਦੱਸਦੇ ਆ ਕਿ ਜੇ 14ਵਾਂ ਲਗਾਤਾਰ ਮਹੀਨਾ ਆ ਜਦੋਂ ਹਰ ਮਹੀਨੇ 100 ਤੋਂ ਜ਼ਿਆਦਾ ਲੋਕ ਓਵਰਡੋਜ਼ ਦੇ ਨਾਲ ਬ੍ਰਿਟਿਸ਼ ਕੋਲੰਬੀਆ 'ਚ ਮਰ ਰਹੇ ਆ। ਸਾਡੇ ਕੋਲ ਕੋਵਿਡ ਦੇ ਅੰਕੜੇ ਹੁੰਦੇ ਆ ਕਿ ਪਿਛਲੇ ਕੱਲ੍ਹ ਕਿੰਨੇ ਅੰਕੜੇ ਸੀ, ਅੱਜ ਕਿੰਨੇ ਹੋ ਗਏ। ਲਗਾਤਾਰ 200 ਤੋਂ ਉੱਤੇ ਆ ਰਹੇ ਜੀ, 1000 ਤੋਂ ਉੱਤੇ ਆ ਰਹੇ ਆ। ਲਗਾਤਾਰ ਬ੍ਰਿਟਿਸ਼ ਕੋਲੰਬੀਆ 'ਚ 14 ਮਹੀਨੇ ਹੋ ਗਏ ਜਦੋਂ ਹਰ ਮਹੀਨੇ 100 ਤੋਂ ਉੱਤੇ ਬੰਦਾ ਡਰੱਗ ਓਵਰਡੋਜ਼ ਦੇ ਨਾਲ ਮਰ ਰਿਹਾ। ਤੇ ਜਿਹੜੀ ਫਰੇਜ਼ਰ ਹੈਲਥ ਤੇ ਵੈਨਕੂਵਰ ਕੋਸਟਲ ਹੈਲਥ ਰੀਜਨ ਆ, ਇਹਨਾਂ ਦੋਵਾਂ ਦੇ ਵਿੱਚ ਜ਼ਿਆਦਾ ਮਾੜੀ ਹਾਲਤ ਆ। 61% ਮੌਤਾਂ ਇਸ ਹੈਲਥ ਰੀਜਨਸ ਦੇ ਵਿੱਚ ਹੋ ਰਹੀਆਂ ਨੇ। ਇੰਟੀਰੀਅਰ ਦੇ ਵਿੱਚ ਵੀ ਹਾਲਾਂਕਿ ਡਾਟਾ ਦੱਸਦਾ ਕਿ ਉੱਥੇ ਵੀ ਇਹਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਆ ਇਸ ਨਸ਼ੇ ਦੀ ਬਿਮਾਰੀ ਨੇ, ਪਰ ਉੱਥੇ ਹਜੇ ਥੋੜ੍ਹਾ ਜਿਹਾ ਹਾਲ ਬਾਕੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ ਨਾਲੋਂ ਚੰਗਾ ਹੈ। ਇਹ 2 ਹੈਲਥ ਰੀਜਨ, ਵੈਨਕੂਵਰ ਕੋਸਟਲ ਹੈਲਥ ਰੀਜਨ ਤੇ ਜਿਹੜਾ ਦੂਜਾ ਫਰੇਜ਼ਰ ਹੈਲਥ, ਇਹਨਾਂ ਦੋਵਾਂ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ। ਔਰ ਇਹਨੇ ਜਿਹੜੀ ਫੈਂਟਾਨਿਲ ਆ, ਇਹ ਇੱਕੋ ਇੱਕ ਬਿਮਾਰੀ ਦੀ ਜੜ੍ਹ ਆ ਜਿਹੜੀ ਸਭ ਤੋਂ ਜ਼ਿਆਦਾ ਮੌਤਾਂ ਕਰ ਰਹੀ ਆ। 86% ਜਿੰਨੀਆਂ ਇਹ ਮੌਤਾਂ ਹੋਈਆਂ ਇਹਨਾਂ ਨੇ ਫੈਂਟਾਨਿਲ ਲਈ ਸੀ। ਦੱਸਦੇ ਆ ਕਿ ਫੈਂਟਾਨਿਲ ਕਿਸੇ ਬਾਹਰਲੇ ਦੇਸ਼ਾਂ ਤੋਂ ਆਉਂਦੀ ਹੈ, ਇੱਥੇ ਫਿਰ ਲਿਆ ਕੇ ਉਹਨੂੰ ਵੰਡਿਆ ਜਾਂਦਾ, ਤੇ ਜਿਹਦੇ ਪਿੱਛੇ ਸਾਰਾ ਮਾਰ ਮਰਈ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਵੈਨਕੂਵਰ ਦੇ ਵਿੱਚ ਹੋ ਰਿਹਾ। ਔਰ ਹੋਰ ਵੀ ਇੱਦਾਂ ਦੀਆਂ ਕੁਝ ਦਵਾਈਆਂ ਹੈਗੀਆਂ ਆ, ਕੁਝ ਨਸ਼ੇ ਹੈਗੇ ਆ ਜਿਹੜੇ ਲੋਕ ਕਰਦੇ ਆ, ਪਰ ਸਭ ਤੋਂ ਜ਼ਿਆਦਾ ਇਸ ਸਾਲ ਦੇ ਵਿੱਚ ਵੀ ਇਹ ਫੈਂਟਾਨਿਲ ਆ ਜਿਹਦੇ ਕਰਕੇ ਇੰਨੀਆਂ ਮੌਤਾਂ ਹੋ ਰਹੀਆਂ। ਜਿਹੜੇ ਲੇਟੈਸਟ ਨੰਬਰ ਆ ਉਹ ਇਸ ਵੇਲੇ ਮਤਲਬ ਦੱਸ ਰਹੇ ਆ ਕਿ ਇੱਥੇ ਇਕੱਲੇ ਜੇ ਤੁਸੀਂ ਇਹਨੂੰ ਤੋੜ ਕੇ ਇਹਨਾਂ ਅੰਕੜਿਆਂ ਨੂੰ ਤੋੜ ਕੇ ਦੇਖੋਗੇ ਕਿੱਥੇ ਮੌਤਾਂ ਹੋਈਆਂ, ਤਾਂ 156 ਮੌਤਾਂ ਵੈਨਕੂਵਰ ਦੇ ਵਿੱਚ ਹੋਈਆਂ, ਜਿਹੜੀਆਂ ਸਭ ਤੋਂ ਜ਼ਿਆਦਾ ਵੈਨਕੂਵਰ ਦੇ ਵਿੱਚ ਸਭ ਤੋਂ ਜ਼ਿਆਦਾ 156। ਦੂਜੇ ਨੰਬਰ ਤੇ ਸਰੀ ਆਉਂਦਾ, ਹਾਲਾਂਕਿ ਪਾਪੂਲੇਸ਼ਨ ਦਾ ਵੀ ਫਰਕ ਆ। 85 ਮੌਤਾਂ ਸਰੀ 'ਚ ਹੋਈਆਂ। ਵਿਕਟੋਰੀਆ 'ਚ 53 ਮਰੇ ਇਹਦੇ ਨਾਲ, ਬਰਨਵੀ 'ਚ 27 ਮਰੇ ਆ, ਐਬਸਫੋਰਡ ਦੇ ਵਿੱਚ 26, ਚਿਲਾਵੈਕ ਦੇ ਵਿੱਚ 20 ਤੇ ਕੈਮਲੂਪਸ ਦੇ ਵਿੱਚ 19 ਮੌਤਾਂ ਇਹਦੇ ਨਾਲ ਹੋਈਆਂ। ਜਿਹੜੇ ਅਪ੍ਰੈਲ ਮਹੀਨੇ ਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਇਹਦੀ ਐਵਰੇਜ ਕੱਢ ਕੇ ਦੇਖੋ ਤਾਂ 6 ਮੌਤਾਂ ਰੋਜ਼ ਬਣਦੀਆਂ। ਰੋਜ਼ ਮੌਤਾਂ ਜਿਹੜੀਆਂ 6 ਹੋਣੀਆਂ ਕੋਈ ਛੋਟੀ ਚੀਜ਼ ਨਹੀਂ। ਕੋਵਿਡ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਮੌਤਾਂ ਦੀ ਗੱਲ ਆਉਂਦੀ ਤਾਂ ਦਿਲ ਤਰਾਹ ਕਰਦਾ ਵੀ ਇਹ ਫਿਰ ਮੌਤਾਂ ਦਾ ਸਿਲਸਿਲਾ ਨਹੀਂ ਰੁਕਣ ਦਾ ਨਾਂ ਲੈ ਰਿਹਾ। ਔਰ ਅਸੀਂ ਬੜੇ ਪ੍ਰਾਊਡਲੀ ਦੇਸ਼ ਅੱਜ ਅਨਾਊਂਸ ਕਰ ਰਹੇ ਹਾਂ ਕਿ ਫਲਾਣੇ ਸੂਬੇ ਨੇ, ਫਲਾਣੇ ਦੇਸ਼ ਨੇ ਅੱਜ ਅਨਾਊਂਸ ਕਰ ਦਿੱਤਾ ਕਿ ਅੱਜ ਪਹਿਲਾ ਦਿਨ ਇੰਨੇ ਚਿਰ ਬਾਅਦ ਗਿਆ ਜਦੋਂ ਕੋਈ ਮੌਤ ਨਹੀਂ ਹੋਈ। ਤੇ ਜਿਹੜੀਆਂ ਇਹ ਮੌਤਾਂ ਰੋਜ਼ ਹੋ ਰਹੀਆਂ, 6 ਬੰਦੇ ਰੋਜ਼ ਮਰ ਜਾਂਦੇ ਆ। ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਗੱਲ ਨਹੀਂ ਕਰ ਰਹੇ ਅਸੀਂ, ਔਰ ਇਹ ਕੋਈ ਛੋਟਾ ਨੰਬਰ ਨਹੀਂ ਹੈ। ਔਰ ਜਿਹੜਾ ਇਸ ਸਾਲ ਜੇ ਤੁਸੀਂ ਜਿਹੜੀ ਮੈਜੋਰਿਟੀ ਜਿਹੜੀਆਂ ਇਹਦੀਆਂ ਡੈਥਸ ਹੈਗੀਆਂ ਉਹ ਆਦਮੀਆਂ ਦੀਆਂ ਹੋਈਆਂ, ਔਰਤਾਂ ਬਹੁਤ ਘੱਟ। 79% ਜਿਹੜੇ 79%
ਮੇਲ ਡੈਥਸ ਹੋਈਆਂ ਇਹਦੇ ਵਿੱਚ, ਮੈਨ ਸੀਗੇ। ਔਰ 70% ਜਿਹੜੇ ਇਹਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ ਮਰੇ ਆ ਉਹਨਾਂ ਦੀ ਉਮਰ 30 ਤੋਂ 59 ਸਾਲਾਂ ਦੇ ਵਿਚਕਾਰ ਸੀ। ਮਤਲਬ ਬਹੁਤੇ 30 ਤੋਂ ਘੱਟ ਵਾਲੇ ਵੀ ਨਹੀਂ ਮਰ ਰਹੇ ਤੇ 60 ਤੋਂ ਉੱਪਰ ਵਾਲੇ ਵੀ ਨਹੀਂ ਮਰ ਰਹੇ। ਇਹ ਵਿਚਕਾਰਲਾ ਜਿਹੜਾ ਏਜ ਗਰੁੱਪ ਆ ਇਹਦੇ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ। ਜਿਹੜੀਆਂ ਬਹੁਤ ਸਾਰੀਆਂ ਸੁਪਰਵਾਈਜ਼ਡ ਕੰਜ਼ੰਪਸ਼ਨ ਸਾਈਟਸ ਬਣੀਆਂ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਭਾਵ ਜੇ ਕੋਈ ਨਸ਼ੇ ਲਈ ਲੱਤ ਲੱਗ ਗਈ ਆ ਉਹ ਛੱਡ ਨਹੀਂ ਸਕਦਾ, ਸਰਕਾਰ ਉਹਨੂੰ ਕਹਿੰਦੀ ਆ ਕਿ ਤੂੰ ਨਸ਼ਾ ਕਰ ਲਾ, ਜਿਹੜੀ ਵੀ ਇਹ ਗੈਰ ਕਾਨੂੰਨੀ ਡਰੱਗ ਆ ਇਹ ਖਾ ਲਾ, ਤੂੰ ਟੀਕਾ ਲਾ ਲਾ, ਅਸੀਂ ਤੈਨੂੰ ਜਗ੍ਹਾ ਬਣਾ ਕੇ ਦਿੰਦੇ, ਉੱਥੇ ਬੈਠ ਕੇ ਲਾ ਲਾ। ਉਹਨਾਂ ਦਾ ਮਤਲਬ ਕੀ ਆ ਕਿ ਇੱਥੇ ਆ ਕੇ ਜੇਕਰ ਉਹ ਡਰੱਗ ਲੈਂਦਾ ਤਾਂ ਲਈ ਜਾਵੇ, ਪਰ ਜੇ ਉਹ ਓਵਰਡੋਜ਼ ਹੋ ਜਾਂਦੀ ਆ, ਉਹਨੂੰ ਬਾਅਦ ਘਾਟ ਦੇ ਵਿੱਚ ਜ਼ਿਆਦਾ ਉਹਦੀ ਡੋਜ਼ ਲੈ ਲੈਂਦਾ ਤਾਂ ਉਹਨੂੰ ਚੱਕ ਕੇ ਹਸਪਤਾਲ 'ਤੇ ਲਿਜਾਂਦਾ ਜਾ ਸਕਦਾ, ਉਹਨੂੰ ਉੱਥੇ ਸੁਪਰਵਾਈਜ਼ ਤਾਂ ਕੀਤਾ ਜਾ ਸਕਦਾ, ਦੇਖਿਆ ਤਾਂ ਜਾ ਸਕਦਾ। ਸੋ ਜਿਹੜੀਆਂ ਇਹ ਕੰਜ਼ੰਪਸ਼ਨ ਸਾਈਟਸ ਸੀਗੀਆਂ ਇਹਨਾਂ ਦੇ ਉੱਤੇ ਕੋਈ ਮੌਤ ਨਹੀਂ ਹੋਈ। ਜਿੰਨੀਆਂ ਮੌਤਾਂ ਹੋਈਆਂ ਇਹ ਬਾਹਰ ਹੋਈਆਂ, ਔਰ ਇਹ ਬਹੁਤ ਵੱਡਾ ਇੱਕ ਡਰਾਵਣਾ ਅੰਕੜਾ ਆ ਸਾਡੇ ਮੂਹਰੇ। ਕਦੇ ਕਦੇ ਇਹਦੀ ਖਬਰ ਆਉਂਦੀ ਹੈ, ਕਦੇ ਕਦੇ ਅਸੀਂ ਇਹਦਾ ਜ਼ਿਕਰ ਕਰਦੇ ਹਾਂ, ਪਰ ਕਿਉਂਕਿ ਇਹਦਾ ਸਿੱਧਾ ਸਾਡੇ ਨਾਲ ਅਸਰ ਕੋਈ ਨਹੀਂ, ਸਿੱਧਾ ਸੰਬੰਧ ਕੋਈ ਨਹੀਂ, ਪਰ ਇਹ ਜਿਹੜੀ ਓਵਰਡੋਜ਼ ਦੀ ਇੱਕ ਅੱਗ ਆ ਪੂਰੀ ਦੀ ਪੂਰੀ ਲੱਗੀ, ਇਹ ਕਿਸੇ ਵੇਲੇ ਵੀ ਕਿਸੇ ਦੇ ਘਰ ਨੂੰ ਵੀ ਝੁਲਸ ਸਕਦੀ ਹੈ, ਕਿਸੇ ਦੇ ਘਰ ਦੇ ਮੂਹਰੇ ਵੀ ਆ ਕੇ ਰੁਕ ਸਕਦੀ ਹੈ। ਇਹਦੇ ਬਾਰੇ ਜਿੰਨੀ ਗੱਲਬਾਤ ਕੀਤੀ ਜਾਵੇ ਉਨੀ ਘੱਟ ਹੈ। ਇਹਦੇ ਬਾਰੇ ਚਿੰਤਤ ਹੋਣਾ ਚਾਹੀਦਾ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰ ਰੋਕਿਆ ਜਾਣਾ ਚਾਹੀਦਾ। ਦੋਸਤੋ, ਅਸੀਂ ਘਰਾਂ ਦੀਆਂ ਕੀਮਤਾਂ ਬਾਰੇ ਅਕਸਰ ਗੱਲਬਾਤ ਕਰਦੇ ਹਾਂ। ਕੱਲ੍ਹ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਵੈਨਕੂਵਰ ਨਾਰਥ ਅਮਰੀਕਾ ਦਾ ਸਭ ਤੋਂ ਘੱਟ ਅਫੋਰਡੇਬਲ ਸ਼ਹਿਰ ਆ। ਹੁਣ ਜਦੋਂ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਤਾਂ ਕੀ ਇਹ ਵੈਨਕੂਵਰ ਦੇ ਵਿੱਚ ਹੀ ਵੱਧ ਰਹੀਆਂ ਜਾਂ ਇਕੱਲੇ ਟੋਰਾਂਟੋ ਦੇ ਵਿੱਚ ਹੀ ਵੱਧ ਰਹੀਆਂ? ਇਹਦਾ ਅਸਰ ਆ ਜਿਹੜੀ ਇਸ ਵਾਰੀ ਕੀਮਤਾਂ ਵਧੀਆਂ ਇਹ ਪੂਰੇ ਨਾਰਥ ਅਮਰੀਕਾ ਦੇ ਵਿੱਚ ਆ। ਸਾਡੇ ਨਾਲ ਲੱਗਦਾ ਕੰਟਰੀ ਯੂਨਾਈਟਿਡ ਸਟੇਟਸ, ਉਹਦੇ ਵਿੱਚ ਵੀ ਇਹ ਕੀਮਤਾਂ ਐਸੇ ਤਰ੍ਹਾਂ ਹੀ ਵੱਧ ਰਹੀਆਂ ਜਿੱਦਾਂ ਇੱਥੇ ਵਧੀਆਂ। ਕਾਰਨ ਪਤਾ ਨਹੀਂ ਕੀ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਦੀ ਇਹ ਮਹਾਮਾਰੀ ਸ਼ੁਰੂ ਹੋਈ ਆ, ਉਹਦੇ ਵਿੱਚ ਘਰ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ 50 ਦੀਆਂ 50 ਸਟੇਟਸ ਦੇ ਬਹੁਤ ਸਾਰੇ ਹਿੱਸੇ ਆ ਜਿੱਥੇ ਇਹ ਘਰ ਨਹੀਂ ਮਿਲ ਰਿਹਾ। ਔਰ ਇੱਕ ਚੈਵੀ ਚੇਜ਼ ਮੈਰੀਲੈਂਡ ਦੇ ਵਿੱਚ ਉੱਥੇ ਇੱਕ ਘਰ ਵਿਕਿਆ, ਉਹ ਜਿੰਨੀ ਆਸਕਿੰਗ ਸੀ ਉਹਦੇ ਤੋਂ 1 ਮਿਲੀਅਨ ਉੱਤੇ ਗਿਆ। ਤੁਸੀਂ ਅੰਦਾਜ਼ਾ ਲਾ ਕੇ ਦੇਖੋ, 5 ਬੈਡਰੂਮ ਦਾ ਇਹ ਘਰ, 5 ਬਾਥਰੂਮ, ਉਹਦੇ ਵਿੱਚ 5000 ਸਕੁਅਰ ਫੁੱਟ ਦੇ ਵਿੱਚ ਬਣਿਆ ਆ। ਤੇ ਇਹ ਚੈਵੀ ਚੇਜ਼ ਵਿਲੇਜ ਦੇ ਵਿੱਚ ਮੈਰੀਲੈਂਡ ਦੇ ਵਿੱਚ ਲਿਸਟ ਕੀਤਾ ਗਿਆ ਸੀ 34,95,000 ਦਾ, 3.4 ਮਿਲੀਅਨ। ਅਪ੍ਰੈਲ 16 ਨੂੰ ਉਹਨਾਂ ਨੇ ਲਿਸਟ ਕੀਤਾ ਸੀ ਤੇ ਜਦੋਂ 7 ਆਫਰ ਉਹਨਾਂ ਨੂੰ ਇਹਦੇ ਉੱਤੇ ਆਈਆਂ ਤੇ ਜਿਹੜੀ ਆਫਰ ਸੈਲਰ ਨੇ ਐਕਸੈਪਟ ਕੀਤੀ ਆ ਉਹ 45,40,000 ਦੀ ਆ, 4.5 ਮਿਲੀਅਨ ਦੀ। ਜਾਣੀ ਕਿ 10 ਲੱਖ ਜਿੰਨਾ ਉਹਨਾਂ ਨੇ 34 ਲੱਖ ਮੰਗਿਆ ਸੀ ਤੇ 45 ਲੱਖ ਮਿਲਿਆ। ਮੋਟਾ ਜਿਹਾ ਹਿਸਾਬ ਜੇਕਰ ਦੇਖਣਾ ਹੋਵੇ, 16 ਅਪ੍ਰੈਲ ਨੂੰ ਉਹਨਾਂ ਨੇ ਲਾਇਆ ਸੀ ਤੇ 19 ਅਪ੍ਰੈਲ ਨੂੰ ਵਿਕ ਗਿਆ। ਇਹ ਮੈਰੀਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਹਾਲਤ ਆ ਘਰਾਂ ਦੀ। 3 ਮਈ ਨੂੰ ਉਹਨਾਂ ਨੇ ਇਹਦੀ ਕਲੋਜ਼ਿੰਗ ਕਰ ਦਿੱਤੀ। ਪਹਿਲਾਂ ਲੱਗਦਾ ਸੀ ਵੀ ਸ਼ਾਇਦ ਕਲੋਜ਼ਿੰਗ ਹੁੰਦੀ ਹੈ ਕਿ ਨਹੀਂ, ਪਰ 3 ਮਈ ਨੂੰ ਇਹ ਕਲੋਜ਼ਿੰਗ ਵੀ ਹੋ ਗਈ ਹੈ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਟ੍ਰੈਂਡ ਘਰਾਂ ਦੀਆਂ ਕੀਮਤਾਂ ਵਧਣ ਦਾ ਇਸ ਕੋਵਿਡ ਦੇ ਵਿੱਚ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ, ਅਮਰੀਕਾ ਦੇ ਵਿੱਚ ਵੀ ਵਧਿਆ। ਹਾਲਾਂਕਿ ਇਹਦੇ ਵਿੱਚ ਫਰਕ ਹੈਗਾ ਆ ਕਿ ਅਮਰੀਕਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਉਨੀਆਂ ਜ਼ਿਆਦਾ ਨਹੀਂ ਵਧੀਆਂ ਜਿੰਨੀਆਂ ਕੈਨੇਡਾ ਦੇ ਵਿੱਚ ਵਧੀਆਂ, ਪਰ ਫਰਕ ਇੱਥੇ ਫੇਰ ਵੀ ਜਿਹੜਾ ਹੈਗਾ ਆ ਕਿ ਜਿੰਨੇ ਜ਼ਿਆਦਾ ਕੀਮਤਾਂ ਇੱਥੇ ਵਧੀਆਂ ਉਹਦੇ ਹਿਸਾਬ ਨਾਲ ਅਮਰੀਕਾ ਦੇ ਵਿੱਚ ਵੀ ਕੀਮਤਾਂ ਵਧ ਰਹੀਆਂ। ਲੋਕਾਂ ਨੂੰ ਘਰ ਨਹੀਂ ਲੱਭ ਰਹੇ। ਆਉਣ ਵਾਲੇ ਸਮੇਂ ਦੇ ਵਿੱਚ ਮੰਨਿਆ ਜਾ ਰਿਹਾ ਕਿ ਇਹ ਕੀਮਤਾਂ ਘਟਣੀਆਂ ਨਹੀਂ। ਇਹ ਮਾਹਰਾਂ ਦੇ ਅੰਦਾਜ਼ੇ ਆ, ਹੋਣਾ ਕੀ ਆ ਉਹ ਤਾਂ ਸਮਾਂ ਦੱਸੂਗਾ। ਕੁਛ ਤਾਂ ਵਾਸ਼ਿੰਗਟਨ ਦੇ ਵਿੱਚ ਇੱਕ ਘਰ ਜਿਹੜਾ ਮਿਲੀਅਨ ਦਾ ਲਾਇਆ ਸੀ ਉਹਨਾਂ ਨੇ ਤੇ 32 ਆਫਰ ਮਿਲੀਆਂ ਉਹਦੇ ਉੱਤੇ, ਜਿਹੜਾ ਕਿ 1.3 ਮਿਲੀਅਨ ਦਾ 13,36,000 ਦਾ 7 ਮਈ ਨੂੰ ਵਿਕ ਗਿਆ। ਇੱਥੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਾਵੇਂ US ਦੇ ਵਿੱਚ ਸੇਲ 13% ਮਾਰਚ ਦੇ ਵਿੱਚ 2019 ਨਾਲੋਂ ਜੇਕਰ ਦੇਖਿਆ ਜਾਵੇ ਵਧੀ ਆ, ਪਰ ਜੇ ਉੱਥੇ 13% ਵਧੀ ਆ ਤਾਂ ਕੈਨੇਡਾ ਦੇ ਵਿੱਚ ਉਹਦੇ ਨੂੰ ਕਿਤੇ ਜ਼ਿਆਦਾ ਵਧੀ ਆ। ਐਵਰੇਜ ਹੋਮ ਪ੍ਰਾਈਸ ਕੈਨੇਡਾ ਦੇ ਵਿੱਚ 32% ਸਾਲ ਤੋਂ ਪਹਿਲਾਂ ਵਧਿਆ ਆ, ਜਿਹੜਾ ਕਿ US ਨਾਲੋਂ ਦੁੱਗਣਾ ਆ। ਕਾਰਨ ਕੀ ਆ? ਹੁਣ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ। ਜਿਹੜੀ ਗੱਲ ਇਹ ਆ ਕਿ ਇਹ ਕੀਮਤਾਂ ਏਡੀ ਜਲਦੀ ਨਹੀਂ ਘਟਣੀਆਂ। ਇਸ ਗੱਲ ਦੇ ਪਿੱਛੇ ਲੌਜਿਕ ਕੀ ਆ ਕਿ ਇਹ ਸਾਰਾ ਵਰਤਾਰਾ ਅਮਰੀਕਾ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ। ਜੇਕਰ ਘਰਾਂ ਨੂੰ ਬਣਾਉਣ ਦੀ ਕਾਸਟ ਕੈਨੇਡਾ ਦੇ ਵਿੱਚ ਵਧੀ ਆ ਤਾਂ ਅਮਰੀਕਾ ਦੇ ਵਿੱਚ ਵੀ ਵਧੀ ਆ। ਲੰਬਰ ਜੇਕਰ ਇੱਥੇ ਮਹਿੰਗਾ ਹੋਇਆ ਤਾਂ ਅਮਰੀਕਾ ਦੇ ਵਿੱਚ ਵੀ ਮਹਿੰਗਾ ਹੋਇਆ। ਇਹ ਅਸਰ ਨਾਰਥ ਅਮਰੀਕਾ ਪੂਰੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਜਾਂ ਤਾਂ ਕੋਵਿਡ ਕਰਕੇ ਜਿਹੜੀ ਘਰਾਂ ਦੀ ਡਿਮਾਂਡ ਵਧੀ ਆ ਕਿ ਲੋਕ ਖੁੱਲ੍ਹੇ ਘਰ ਲੈਣਾ ਚਾਹੁੰਦੇ ਆ, ਉਹ ਇੱਕ ਕਾਰਨ ਰਿਹਾ। ਦੂਜਾ ਇੰਟਰਸਟ ਰੇਟ ਦੱਸਦੇ ਆ ਜਿਹੜਾ ਲੋ ਸੀਗਾ, ਉਹ ਇੱਕ ਬਹੁਤ ਵੱਡੀ ਡਰਾਈਵਿੰਗ ਫੋਰਸ ਆ ਇਹਦੇ ਵਿੱਚ, ਔਰ ਉਹ ਸਾਰੇ ਥਾਂ 'ਤੇ ਇਸੇ ਤਰ੍ਹਾਂ ਹੋਇਆ ਅਤੇ ਇਸੇ ਕਰਕੇ ਘਰਾਂ ਦੀ ਡਿਮਾਂਡ ਸਾਰੇ ਥਾਵਾਂ ਦੇ ਉੱਤੇ ਵੱਧ ਗਈ ਆ। ਸਪਲਾਈ ਬਹੁਤ ਟਾਈਟ ਆ US ਦੇ ਵਿੱਚ ਵੀ ਕੈਨੇਡਾ ਵਾਂਗੂ। ਜਿੰਨੇ ਲੋਕ ਘਰ ਲੈਣ ਵਾਲੇ ਆ
ਉਹ ਜ਼ਿਆਦਾ ਆ, ਪਰ ਜਿੰਨੇ ਲੋਕ ਘਰ ਵੇਚਣ ਵਾਲੇ ਆ ਉਹ ਘੱਟ ਆ। ਮਾਰਕੀਟ ਦੇ ਵਿੱਚ ਘਰ ਹੈ ਨਹੀਂ। ਦੂਜੀ ਗੱਲ, ਬੋਰੋਇੰਗ ਕਾਸਟ ਬਹੁਤ ਘੱਟ ਆ, ਕਿ ਤੁਹਾਨੂੰ ਵਿਆਜ ਘੱਟ ਤੇ ਪੈਸਾ ਮਿਲ ਰਿਹਾ, ਤੇ ਜਦੋਂ ਘੱਟ ਵਿਆਜ ਤੇ ਪੈਸਾ ਮਿਲ ਰਿਹਾ ਤੇ ਹਰ ਇੱਕ ਬੰਦਾ ਚਾਹੁੰਦਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਘਰ ਲੈ ਲਈਏ। ਤੇ ਜਿਹੜੀ ਇਹ ਪੈਂਡੈਮਿਕ ਇੰਸਪਾਇਰਡ ਡਿਮਾਂਡ ਆ, ਇਹ ਦੋਵਾਂ ਦੇਸ਼ਾਂ ਦੇ ਵਿੱਚ ਬਰਾਬਰ ਦੀ ਆ। ਹਾਲਾਂਕਿ ਦੋਵਾਂ ਦੇਸ਼ਾਂ ਦੇ ਵਿੱਚ ਫਰਕ ਆ। ਇਮੀਗ੍ਰੇਸ਼ਨ ਦੀ ਪਾਲਿਸੀ ਕੈਨੇਡਾ ਦੀ ਹੋਰ ਆ, ਅਮਰੀਕਾ ਦੀ ਹੋਰ ਆ। ਇਹਦਾ ਬਹੁਤ ਵੱਡਾ ਅਸਰ ਪੈਂਦਾ ਕਿ ਕਿੰਨੇ ਲੋਕ ਤੁਹਾਡੇ ਦੇਸ਼ ਵਿੱਚ ਆ ਰਹੇ ਆ ਤੇ ਨਵੇਂ ਘਰ ਕਿੰਨੇ ਚਾਹੀਦੇ ਆ। ਔਰ ਮਤਲਬ 6 ਅੰਕੜਿਆਂ ਦੇ ਵਿੱਚ ਆਸਕਿੰਗ ਤੋਂ ਉੱਪਰ ਘਰਾਂ ਦਾ ਜਾਣਾ। ਔਰ ਜਿਹੜੀ ਤੁਹਾਡੇ ਨਾਲ ਉਦਾਹਰਨ ਮੈਰੀਲੈਂਡ ਦੀ ਸਾਂਝੀ ਕੀਤੀ ਹੈ ਕਿ $1 ਮਿਲੀਅਨ ਆਸਕਿੰਗ ਤੋਂ ਉੱਪਰ ਘਰ ਵਿਕ ਰਿਹਾ, ਇਹ ਸੱਚਮੁੱਚ ਹੈਰਾਨੀ ਵਾਲੀਆਂ ਗੱਲਾਂ ਨੇ। US ਜਿਹੜੀ ਹੈਗੀ ਆ, ਥੋੜ੍ਹੇ ਹਫ਼ਤੇ ਪਹਿਲਾਂ ਉਹਦਾ ਰਿਕਾਰਡ ਮੀਡੀਅਨ ਗੇਨ 16.2% ਸੀਗਾ ਪਹਿਲੇ 3 ਮਹੀਨਿਆਂ ਦੇ ਵਿੱਚ ਇਸ ਸਾਲ ਦੇ। ਜਿਹੜੀ ਪਾਪੂਲੇਸ਼ਨ ਐਕਸਪਲੋਜਨ ਆ, ਉਹ ਇੱਕ ਬਹੁਤ ਵੱਡਾ ਫੈਕਟਰ ਰਿਹਾ ਕੈਨੇਡਾ ਦੇ ਵਿੱਚ। ਉਦਾਹਰਨ ਵਜੋਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਦੇ ਪ੍ਰਾਈਮ ਮਿਨਿਸਟਰ ਟਰੂਡੋ ਆ, ਇਹਨਾਂ ਨੇ ਇਮੀਗ੍ਰੇਸ਼ਨ ਵਧਾਈ ਬਹੁਤ ਆ, ਕਿ ਜਿੰਨੀ ਇਹ ਵਧਾਈ ਜਾਂਦੇ ਆ ਕਿ 3 ਲੱਖ ਫਿਰ 4 ਲੱਖ ਸਾਲ ਦਾ ਬੰਦਾ ਇੱਧਰ ਆ ਰਿਹਾ। ਦੂਜੇ ਪਾਸੇ ਯੂਨਾਈਟਿਡ ਸਟੇਟਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਸੀ, ਉਹ ਬੈਰੀਅਰ ਲਾ ਰਿਹਾ ਸੀ ਕਿ ਬਹੁਤੇ ਲੋਕ ਇੱਥੇ ਨਾ ਆਉਣ। ਸੋ ਬਾਵਜੂਦ ਇਹਦੇ ਕਿ ਉੱਥੇ ਬੈਰੀਅਰ ਲੱਗੇ ਸੀ, ਉਨੀ ਜ਼ਿਆਦਾ ਇਮੀਗ੍ਰੇਸ਼ਨ ਨਹੀਂ ਆ, ਉੱਥੇ ਵੀ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਕੈਨੇਡਾ ਵਾਂਗੂ, ਭਾਵੇਂ ਇੰਨੀਆਂ ਜ਼ਿਆਦਾ ਨਹੀਂ। ਸੋ ਇਹ ਇੱਕ ਅੰਕੜੇ ਜਿਹੜੇ ਆ ਉਹ ਦੱਸਦੇ ਆ। ਔਰ ਦੂਜੀ ਗੱਲ, ਕੈਨੇਡਾ ਨੂੰ ਅਮਰੀਕਾ ਵਰਗੇ 2008 ਦੇ ਉਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਵੀ ਨਹੀਂ ਲੰਘਣਾ ਪਿਆ, ਪਰ ਇਹਨਾਂ ਦੇ ਘਰਾਂ ਦੀਆਂ ਕੀਮਤਾਂ ਉਨੀਆਂ ਜ਼ਿਆਦਾ ਨਹੀਂ ਘਟੀਆਂ ਜਿੰਨੀਆਂ ਜ਼ਿਆਦਾ ਅਮਰੀਕਾ ਦੇ ਵਿੱਚ ਘਟੀਆਂ ਸੀ। ਸੋ ਮੰਨਿਆ ਜਾਂਦਾ ਸੀ ਕਿ 10 ਕੁ ਸਾਲ ਬਾਅਦ ਇੱਕ ਡਿਪ ਆਉਣੀ ਆ, ਪਰ ਉਹ ਵੀ ਸਮਾਂ ਲੰਘ ਗਿਆ। ਹੁਣ ਜਿਹੜੀਆਂ ਕੀਮਤਾਂ ਵੱਧ ਰਹੀਆਂ ਔਰ ਦੋਵਾਂ ਦੇਸ਼ਾਂ ਦੇ ਵਿੱਚ ਵੱਧ ਰਹੀਆਂ ਘਰਾਂ ਦੀਆਂ, ਇਹ ਗੱਲਬਾਤ ਦੱਸ ਰਹੀਆਂ ਕਿ ਇਸ ਵਾਰ ਸੱਚਮੁੱਚ ਘਰ ਜਿਹੜੇ ਆ ਉਹ ਮਹਿੰਗੇ ਨੇ। ਇਹ ਇੰਨੀ ਜਲਦੀ ਸਸਤੇ ਹੋਣ ਦੀ ਆਸ ਨਹੀਂ ਆ, ਕਿਉਂਕਿ ਜਿਹੜਾ ਬੰਦਾ ਘਰ ਬਣਾ ਰਿਹਾ ਉਹਦਾ ਘਰ ਬਣਾਉਣ ਦੇ ਉੱਤੇ ਖਰਚਾ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆ ਰਿਹਾ। ਦੋਸਤੋ, ਅਗਲੀ ਖਬਰ ਵੈਕਸੀਨ ਬਾਰੇ ਆ। ਵੈਕਸੀਨ ਬਾਰੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਿਛਲੇ ਸਮੇਂ ਦੇ ਵਿੱਚ ਆਈਆਂ। ਕੁਝ ਵੈਕਸੀਨ ਦੇ ਨਾਲ ਨੁਕਸਾਨ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ, ਫਿਰ ਉਹਨਾਂ ਨੂੰ ਮਿਕਸ ਕਰਨ ਦੀਆਂ ਵੀ ਕੁਝ ਰਿਪੋਰਟਸ ਆਈਆਂ। ਅੱਜ ਵੀ ਕੁਝ ਅਪਡੇਟਸ ਆ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਔਰ ਜਦੋਂ ਇਹ ਸਾਰਾ ਰੌਲਾ ਗੋਲਾ ਪਿਆ ਕਿ ਐਸਟਰਾਜ਼ੈਨੇਕਾ ਦੇ ਨਾਲ ਬਲੱਡ ਕਲੌਟਿੰਗ ਹੁੰਦੀ ਹੈ, ਪਹਿਲਾਂ ਇਸ ਏਜ ਗਰੁੱਪ ਨੂੰ ਲਾ ਦਿਓ, ਬਾਅਦ 'ਚ ਕਹਿੰਦੇ ਇਹਨੂੰ ਨਾ ਲਾਓ, ਹੁਣ ਕਹਿੰਦੇ ਇਹਨੂੰ ਰੱਖ ਲਓ, ਉਹਦੇ ਵਿੱਚ ਕੁਛ ਨਾ ਕੁਛ ਜਿਹੜੇ ਭੁਲੇਖੇ ਵੀ ਪਏ ਆ। ਕੱਲ੍ਹ ਵੈਨਕੂਵਰ ਜਿਹੜੀ ਖਬਰ ਆਈ ਹੈ ਕਿ ਵੈਨਕੂਵਰ ਕੋਸਟਲ ਹੈਲਥ ਨੇ ਮਾफ़ੀ ਮੰਗੀ ਆ ਇਸ ਗੱਲ ਦੇ ਲਈ ਕਿ ਜਦੋਂ ਇਮਿਊਨਾਈਜੇਸ਼ਨ ਦਾ ਪ੍ਰੋਸੈਸ ਚੱਲ ਰਿਹਾ ਸੀ, ਕੋਵਿਡ ਦੇ ਟੀਕੇ ਲੱਗ ਰਹੇ ਸੀ, 12 ਦੇ ਕਰੀਬ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਕੋਵਿਡ-19 ਦੀ ਗਲਤ ਵੈਕਸੀਨ ਉਹਨਾਂ ਕੋਲੋਂ ਭੁਲੇਖੇ ਨਾਲ ਲੱਗ ਗਈ। ਹੈਲਥ ਅਥਾਰਟੀਜ਼ ਨੇ ਇਹ ਗੱਲ ਕਹੀ ਆ ਕਿ ਐਰਰ ਸ਼ੁੱਕਰਵਾਰ ਨੂੰ ਇਹ ਵਾਪਰਿਆ ਤੇ ਸ਼ਨੀਵਾਰ ਨੂੰ, ਜਦੋਂ ਪਹਿਲਾ ਪੂਰਾ ਇਹ ਵੀਕ ਸੀਗਾ ਜਦੋਂ 12 ਤੋਂ 17 ਸਾਲਾਂ ਦੇ ਉਮਰ ਵਾਲਿਆਂ ਨੂੰ ਇਹ ਪਹਿਲੀ ਡੋਜ਼ ਵੈਕਸੀਨ ਦੀ ਦੇਣੀ ਸੀ। ਸਟੇਟਮੈਂਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ 12 ਸਾਲਾਂ ਦੇ ਜਿਹੜੇ ਯੂਥ ਸੀਗੇ ਉਹਨਾਂ ਨੂੰ ਇਹ ਡੋਜ਼ ਮਿਲਣੀ ਸੀ ਮੋਡਰਨਾ ਦੀ, ਦੇ ਦਿੱਤੀ ਗਈ, ਜਦੋਂ ਕਿ ਦੇਣੀ ਸੀਗੀ ਉਹਨਾਂ ਨੇ ਫਾਈਜ਼ਰ ਬਾਇਓਨਟੈਕ ਦੀ। ਸੋ ਫਾਈਜ਼ਰ ਦੇ ਭੁਲੇਖੇ ਮੋਡਰਨਾ ਉਹਨਾਂ ਨੂੰ ਦੇ ਦਿੱਤੀ ਗਈ। ਵੈਕਸੀਨ ਕੱਲੀ ਫਾਈਜ਼ਰ ਵਾਲੀ ਕੱਲੀ ਵੈਕਸੀਨ ਆ ਜਿਹੜੀ ਕੋਵਿਡ-19 ਦੇ ਲਈ ਅਪਰੂਵ ਆ 12 ਤੋਂ 17 ਸਾਲ ਦੀ ਉਮਰ ਵਾਲੇ ਲੋਕਾਂ ਦੇ ਲਈ। ਦੂਜੀਆਂ ਵੈਕਸੀਨ ਅਜੇ ਤੱਕ ਅਪਰੂਵ ਨਹੀਂ ਹੈ। ਜਿਹੜੀ ਭੁਲੇਖੇ ਨਾਲ ਉਹਨਾਂ ਨੇ ਦੇ ਦਿੱਤੀ ਆ ਮੋਡਰਨਾ, ਉਹ ਵੀ ਅਪਰੂਵ ਨਹੀਂ ਹੈ। ਮੋਡਰਨਾ ਅਨਾਊਂਸ ਕਰ ਦਿੱਤਾ, ਇਹਦੇ ਕਲੀਨਿਕਲ ਟਰਾਇਲਸ ਅਡੋਲਸੈਂਟ ਦੇ ਵਿੱਚ ਚੱਲੇ ਹੈਗੇ ਆ ਵੀ ਇਹ ਠੀਕ ਆ, ਸੇਫ ਹੈਗੀ ਆ, ਇਫੈਕਟਿਵ ਹੈਗੀ ਆ, ਪਰ ਇਹਦੀ 18 ਸਾਲ ਤੋਂ ਉੱਪਰਲੀ ਰਿਕਮੈਂਡ ਕੀਤੀ ਗਈ ਸੀ ਤੇ ਕੈਨੇਡਾ ਦੇ ਵਿੱਚ ਇਹ ਹਜੇ ਇਹਨੂੰ ਅਪਰੂਵਲ ਮਿਲਣੀ ਆ। ਸੋ ਉਹਨਾਂ ਨੇ ਹੁਣ ਮਾफ़ੀ ਮੰਗੀ ਆ ਕਿ ਗਲਤੀ ਦੇ ਨਾਲ ਸਾਨੂੰ ਇਹਨਾਂ 12 ਜਣਿਆਂ ਨੂੰ ਜਿਹੜੀ ਵੈਕਸੀਨ ਦੇਣੀ ਸੀ ਉਹਦੇ ਥਾਂ ਦੇ ਉੱਤੇ ਦੂਜੀ ਵੈਕਸੀਨ ਦੇ ਦਿੱਤੀ ਗਈ ਹੈ। ਵੈਨਕੂਵਰ ਕੋਸਟਲ ਹੈਲਥ ਦੇ ਜਿਹੜੇ ਮੈਡੀਕਲ ਆਫਿਸਰ ਆ ਉਹਨੇ ਇਹ ਗੱਲ ਕਹੀ ਆ ਕਿ ਸਾਨੂੰ ਲੱਗਦਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ, ਕਿ ਇਹਦਾ ਕੋਈ, ਕਿਉਂਕਿ ਉਹਦੇ ਟਰਾਇਲ ਹੋ ਚੁੱਕੇ ਆ, ਇਹਦਾ ਨੁਕਸਾਨ ਕੋਈ ਨਹੀਂ ਹੋਣਾ 12 ਸਾਲ ਤੋਂ ਉੱਪਰ ਵਾਲੀ ਉਮਰ ਵਾਲਿਆਂ ਨੂੰ ਵੀ ਜੇਕਰ ਅਸੀਂ ਲਾ ਦਿੱਤੀ ਆ। ਪਰ ਫਿਰ ਵੀ ਇਹ ਐਰਰ ਉਹਨਾਂ ਨੇ ਜਿਨ੍ਹਾਂ ਨੇ ਲਾਈ ਆ, ਜਦੋਂ ਉਹਨਾਂ ਕੋਲੋਂ ਗਲਤੀ ਨਾਲ ਲੱਗ ਗਈ ਤਾਂ ਉਹਨਾਂ ਨੇ ਇਹ ਐਰਰ ਡਿਸਕਲੋਜ਼ ਕੀਤਾ ਵੀ ਭਾਈ ਸਾਡੇ ਕੋਲੋਂ ਗਲਤੀ ਨਾਲ ਇਹ ਲੱਗ ਗਈ ਆ। ਫਿਰ ਉਹਨਾਂ ਨੇ ਕਲਾਇੰਟਸ ਨੂੰ ਜਿਨ੍ਹਾਂ ਨੂੰ ਲੱਗੀ ਸੀ ਉਹਨਾਂ ਨੂੰ ਵੀ ਦੱਸ ਦਿੱਤਾ, ਉਹਨਾਂ ਦੇ ਪਰਿਵਾਰਾਂ ਨੂੰ ਵੀ ਦੱਸ ਦਿੱਤਾ ਕਿ ਸਾਡੇ ਕੋਲੋਂ ਇਹ ਲੱਗ ਗਈ। ਉਹਨੂੰ ਨਾਲ ਐਡੀਸ਼ਨਲ ਐਜੂਕੇਸ਼ਨ ਦਿੱਤੀ ਗਈ ਵੀ ਇਹਦਾ ਹੁਣ ਅੱਗੇ ਕੀ ਬਣਨਾ ਆ। ਤੇ ਹੁਣ ਉਹ ਕਹਿੰਦੇ ਪਰ ਇਹਦੇ ਨਾਲ ਹੋਊਗਾ ਅੱਗੇ ਤੋਂ, ਉਹ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਗਲਤੀ ਅਸੀਂ ਅੱਗੇ ਤੋਂ ਨਹੀਂ ਕਰਦੇ, ਭਾਵੇਂ ਇਸ ਵਾਰੀ ਹੋ ਗਈ ਆ ਪਰ ਇਹਦੇ ਨਾਲ ਹੋਣਾ ਕੁਛ ਨਹੀਂ ਆ। ਡਾਕਟਰ ਬੋਨੀ ਹੈਨਰੀ ਨੇ ਵੀ ਜਿਹੜੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਐਰਰ ਅਨਫੋਰਚੂਨੇਟ ਆ, ਨਹੀਂ ਵਾਪਰਨਾ ਚਾਹੀਦਾ ਸੀ, ਪਰ ਜਿੱਦਾਂ ਪਹਿਲਾਂ ਕਿਹਾ ਕਿ ਇਹਦੇ ਨਾਲ ਨੁਕਸਾਨ ਕੋਈ ਨਹੀਂ ਆ। ਜਿਹੜੀ ਹੁਣ ਦੱਸਿਆ ਜਾ ਰਿਹਾ ਕਿ ਜਿਹੜੀ ਮਿਕਸ ਐਂਡ ਮੈਚ ਵਾਲੀ ਗੱਲਬਾਤ ਆ ਉਹਨੂੰ ਕਹਿ ਦਿੱਤਾ ਗਿਆ ਕਿ ਮੋਡਰਨਾ ਵੈਕਸੀਨ ਜਿਹੜੀ ਆ ਉਹਨੂੰ ਅਪਰੂਵ ਜਲਦੀ ਹੋ ਜਾਣੀ ਆ ਉਹ 12 ਤੋਂ 17 ਦੇ ਵਿੱਚ,
ਭਾਵੇਂ कि अजे अप्रूव नहीं हुई। तो नाल ही उन्होंने कहा कि जी मिक्स एंड मैच वाली गलबात आ उहदे उत्ते नैशनल एडवाइजरी कमेटी ऑन इम्यूनाइजेशन आ उन्होंने हुण कह दिता कि जी इंटरचेंज कर सकते हैं तुसीं 2 mRNA वैक्सीनस नूं, जानी कि उहदे विच कोई भी सेफ्टी कंसरन जां इफैक्टिवनैस कि वह किन्नी सेफ आ जां उहदा किन्ना कसर वाधा घटदा आ। जे मोडरना ते फाइजर जां वाइस वर्सा उन्हां दोवां नूं तुसीं पहिलां किसी ने मोडरना लवाई है बाद च फाइजर लवा लो जां फाइजर दे नाल मोडरना लवा लो, इहदे नाल कोई फर्क नहीं पैंदा। भावें कि नित ये गाइडलाइन कैनेडा दियां बहुत वारी बदलियां आ मिक्सिंग ते मैचिंग दे लई, खासकर सैकेंड डोज दे विच कोविड-19 दे विच हुण कैनेडियन नूं सलाह दित्ती जांदी है कि तुसीं कंबाइन कर सकदे आ जां एस्ट्राजैनिका ऑक्सफोर्ड ते फाइजर बायोनोटेक जां मोडरना शॉट्स एक दूजे दे नाल इंटरचेंज करके लाए जा सकते हैं। नैशनल एडवाइजरी कमेटी ऑन इम्यूनाइजेशन इस गल दे विच नासी इस गल दे विच कह रही है कि वक्-वक् प्रोविंसिस ते टैरेटरीज़ नूं ये रैकमेंडेशन दी जाती है कि तुसीं इन्हां नूं एक दूजे दे नाल बदल सकते हैं, इहदे नाल कोई फर्क नहीं पैंदा। लोकां दे विच बहुत सारी इहदे नूं लैके चिंता सी कि जिन्हां ने एक वैक्सीन लवाई है जे वो दूजी कंपनी की लवा लैंदे आ तो उहदे नाल कोई फर्क नहीं पैंदा, पर सारी खोजबीन करन तो बाद इन्हां विग्यानियां ने इन्हां डॉक्टर्स ने दस्सिया है और ये जी अपडेट दी है, इन्होंने जी गाइडेंस आ वो रिसर्च हुई है जी खासकर स्पेन के यूनाइटेड किंगडम के उत्थे इन्होंने मिक्सिंग ते मैचिंग दे विच एस्ट्राजैनिका ते फाइजर वैक्सीन नूं दोवां नूं सेफ मन्निया, इफैक्टिव मन्निया ते इहदे नाल कोविड-19 नहीं हुंदा। सो ये एक खास गलबात आ कि इहदे विचों हुण डरन दी लोड़ नहीं। तुहानूं दूजी वैक्सीन किहड़ी भी लगदी है, सारियां वैक्सीन हैल्थ कैनेडा वालों अप्रूवड ने ते हुण जिहड़ी इस एडवाइजरी कमेटी ने कह दिता कि तुसीं इन्हां नूं रला सकते हो। डॉक्टर थ्रेसा टैम ने भी ये गल कही है कैनेडा के चीफ पब्लिक हैल्थ ऑफिसर ने कि तुसीं ये mRNA वैक्सीनस नूं इंटरचेंजेबली और दूजी गल ये भी उन्होंने कही है कि कोई नवीं गल नहीं असीं कर रहे, ये कोई एडा नहीं कि सिर्फ कोविड के मामले दे विच कीता है। ये प्रिंसीपल ये सिद्धांत 2 अलग अलग कंपनी दी वैक्सीन नूं रला के लाउण दा पिछले समय दे विच जिहड़ी हैपेटाइटिस ए जां इन्फ्लुएंसा की वैक्सीन लगती है, सानूं जिहड़ा फ्लू हो जाता वो वैक्सीन लगती है, उहदे विच भी एक कॉन्सैप्ट यूज़ किया जाता। सो इहदे उत्तों घबराउण की लोड़ नहीं, तो ना ही ये चीज़ कोई एड्डी नवीं है जिहड़ी खास करके कोविड लई कीती जा रही है। दोस्तों अगली खबर अमेरिका तो आ। अमेरिका दे विच अज इतिहासिक दिन 100 साल पहलां अमेरिका दे विच एक बहुत वड्डा दुखांत वापरिया सी। टुलसा मैसाकर उहनूं कहिंदे आ। उस दुखांत दे विच बहुत सारे लोग मारे गए सी। वो दुखांत की सी, उहदे पिछे कारण की सी, की वापरिया सी, किहने किहनूं मारिया सी, इहदे बारे भी गलबात करदे आ। अज जिहड़ी खास गल इस मौके दे उत्ते कि प्रेजिडेंट जो बाइडन वो खास तौर दे उत्ते उत्थे गए, उन्होंने उन्हां मारे गए लोकां नूं याद कीता जिहड़ा एक अमरीका दे इतिहास विच बड़ा माड़ा घटनाक्रम वापरिया सी, रेशियल वायलेंस का, नस्ली हिंसा का। एक नस्ल के लोगों वालों दूजी नस्ल के लोगों को मारिया गया सी, उहदी 100th एनीवर्सरी अज मनाई जा रही है। टुलसा रेस मैसाकर नूं कहिंदे आ। जो बाइडन उत्थे गए और उन्होंने इस गल की सख्त शब्दों के विच निंदा की है कि सानू घट्टो घट्ट ये बारे इस दुखांत बारे गलबात करनी चाहिए है। तो उन्होंने इनू रायट्स नहीं कहा कि दंगे नहीं सी, ये पूरा एक मैसाकर सी, समूहक हत्या सी उन्होंने लोगों की। ये अमरीका के इतिहास उत्ते उन्होंने कहा कि एक बहुत वड्डा काला धब्बा आ साडे इतिहास के विच, एक बहुत माड़ा दिन वापरिया की सी जां ये घटना की है। अमरीका दे विच ओकलाहोमा स्टेट का एक शहर आ तुलसा, ये बड़ा प्रमुख शहर आ उत्थे दा। इस शहर के एक हिस्से नूं ग्रीनवुड कहिंदे आ। ग्रीनवुड च मुख तौर पर अफ्रीकन लोग रहिंदे आ, जानी कि काले मूल के लोग उत्थे रहिंदे आ। 1921 तो पहलां ये शहर बहुत ही अमीर सी, खुशहाल सी, क्योंकि इत्थे बहुत सारे ब्लैक लोग वसते सी, इस करके इहनूं ब्लैक वाल स्ट्रीट भी कहा जाता सी। और बहुत सारे जिहड़े चिट्टे रंग के नस्ल के लोग सी वो इहनूं लिटल अफ्रीका जां नीग्रो सिटी वर्गे नावां दे नाल पुकारदे सी। 1921 दे विच जिहड़ा कतलेआम होया उहदे तो पहलां दे घटनाक्रम नूं समझना जरूरी है। और ये बहुत वड्डी अज इतिहासिक दिन आ कि 100 साल बाद अमरीका के राष्ट्रपति कोई राष्ट्रपति उत्थे जाके उस घटना के उत्ते दुख प्रगट कर रहे हैं। अमरीका के दक्षिणी सूबे च नस्लवाद बहुत जोर ते सी, बहुत लंबा समा रहा, हुण भी रहा। जदों असीं पिछले समय दे विच घटनावां देखदे आ, ब्लैक लाइव मैटर्स नां दी जिहड़ी लहर चलदी है, उहदे सारे पिछे किते ना किते कारण सी कि नस्ली वितकरा किते ना किते हुंदा रहा। मीडिया सरकार किसी न किसी तरह इनू सीधे सीधे रूप के सरप्रस्ती भी दिंदे रही है। जिहड़ियां अखबारां दे मालक सी, जिहड़े काले मूल के लोगों के खिलाफ सी, उन्होंने बहुत सारिया खबरों उन्होंने वेलियां दे विच तरोड़ मरोड़ के पेश किया। उन्होंने लोगों की काली चमड़ी वाले लोगों की लिंचिंग बहुत सारी थावां दे उत्ते हुई।
ਇਹਦੇ ਨਾਲ ਇੱਕ ਹੋਰ ਗੱਲ ਬਹੁਤ ਜਿਹੜੀ ਸਮਝਣ ਵਾਲੀ ਆ ਕਿ ਇੱਕ ਫਿਲਮ 1915 ਦੇ ਵਿੱਚ ਆਈ ਸੀ ਜਿਹਦਾ ਨਾਂ ਜਿਹੜਾ ਪਹਿਲਾ ਨਾਂ ਉਹਦਾ ਹੋਰ ਸੀ, ਬਾਅਦ ਦੇ ਵਿੱਚ ਬਦਲ ਕੇ ਉਹਦਾ ਬਰਥ ਆਫ ਨੇਸ਼ਨ ਰੱਖ ਦਿੱਤਾ ਸੀ। ਇੱਕ ਖਾਮੋਸ਼ ਫਿਲਮ ਸੀ, ਮਾਈਮ ਦੇ ਵਿੱਚ ਬਣੀ ਫਿਲਮ ਸੀ। ਪੂਰੇ ਅਮਰੀਕਾ ਦੇ ਵਿੱਚ ਨਸਲਵਾਦ ਦੇ ਹੱਕ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਇਸ ਫਿਲਮ ਨੇ ਬਹੁਤ ਸ਼ੋਰ ਮਚਾਇਆ। ਇੱਕ ਅਫਰੀਕਨ ਮੂਲ ਦਾ ਆਦਮੀ ਆ, ਉਹ ਕਿਸੇ ਗੋਰੀ ਅਦਾਕਾਰਾ ਦੇ ਨਾਲ ਛੇੜਛਾੜ ਕਰਦਾ ਦਿਖਾਇਆ ਗਿਆ ਤੇ ਬਾਅਦ ਦੇ ਵਿੱਚ ਜਿਹੜੀ ਗੋਰਿਆਂ ਦੀ ਭੀੜ ਆ ਉਹਨੂੰ ਮਾਰ ਦਿੰਦੀ ਹੈ। ਇਹਨੂੰ ਫਿਲਮ ਨੂੰ ਬਹੁਤ ਸਾਰਾ ਹੁੰਗਾਰਾ ਮਿਲਿਆ, ਇੱਥੋਂ ਤੱਕ ਕਿ ਮੰਨਿਆ ਜਾਂਦਾ ਕਿ ਉਸ ਵੇਲੇ ਦੇ ਵੱਡੇ ਅਹੁਦਿਆਂ ਦੇ ਉੱਤੇ ਬੈਠਿਆਂ ਲੋਕਾਂ ਨੇ ਵੀ ਇਹਦਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਕੀਤਾ। ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਫਿਲਮ ਦੇਖੀ ਗਈ। ਰੰਗ ਭੇਦ ਪਹਿਲਾਂ ਹੀ ਸਿਖਰਾਂ 'ਤੇ ਸੀ, ਪਰ ਉਹ ਸਾਰੇ ਕੁਛ ਦੇ ਵਿੱਚ ਇਸ ਫਿਲਮ ਨੇ ਵੀ ਬਲਦੀ ਦੇ ਉੱਤੇ ਤੇਲ ਦਾ ਕੰਮ ਕੀਤਾ ਸੀ। ਸੋ ਇਹ ਟੁਲਸਾ ਮੈਸਾਕਰ ਦੀ ਪਿੱਠ ਭੂਮੀ ਦੇ ਵਿੱਚ ਕੁਝ ਘਟਨਾਵਾਂ ਵਾਪਰ ਰਹੀਆਂ ਸੀ ਜਿਹੜੀਆਂ ਇਸ ਕਤਲੇਆਮ ਨੂੰ ਅੰਜਾਮ ਦੇਣ ਦਾ ਮੁੱਢ ਬੰਨ੍ਹਦੀਆਂ। ਤੁਸਲਾ ਕਾਂਡ ਦਾ ਇੱਕ ਕਹਿ ਲਓ ਬਹਾਨਾ ਬਣ ਗਿਆ ਜਾਂ ਕੋਈ ਗੱਲ ਬਣ ਗਈ, ਇੱਕ ਪਾਲਿਸ਼ ਕਰਨ ਵਾਲੇ ਮੁੰਡੇ ਨਾਲੇ ਬਹਾਨਾ ਮਿਲ ਜਾਂਦਾ। 30 ਮਈ 1921 ਨੂੰ ਇੱਕ ਘਟਨਾ ਵਾਪਰਦੀ ਆ ਕਿ ਅਫਰੀਕਨ ਮੂਲ ਦਾ 19 ਸਾਲਾਂ ਦਾ ਮੁੰਡਾ ਟੁਲਸਾ ਦੇ ਵਿੱਚ ਜੁੱਤੀਆਂ ਪਾਲਿਸ਼ ਦਾ ਕੰਮ ਕਰਦਾ। ਉਹਦੇ ਸਾਹਮਣੇ ਇੱਕ 4 ਮੰਜ਼ਲੀ ਇਮਾਰਤ ਸੀ ਜਿਹਦੇ ਉੱਤੇ ਸਿਰਫ ਕਾਲਿਆਂ ਵਾਸਤੇ ਅਲੱਗ ਵਾਸ਼ਰੂਮ ਸੀਗੇ। ਉਹ ਵਾਸ਼ਰੂਮ ਕਰਨ ਦੇ ਲਈ ਬਿਲਡਿੰਗ ਦੇ ਵਿੱਚ ਜਾਂਦਾ। ਉੱਥੇ ਇੱਕ ਲਿਫਟ ਦੇ ਵਿੱਚ 17 ਸਾਲਾਂ ਦੀ ਗੋਰੀ ਕੁੜੀ ਹੁੰਦੀ ਆ। ਲਿਫਟ ਕਿਹਾ ਜਾਂਦਾ ਇਸ ਤਰ੍ਹਾਂ ਦਾ ਇੱਕ ਗੱਲ ਆ ਕਿ ਲਿਫਟ ਦਾ ਅੰਦਰਲਾ ਤੇ ਬਾਹਰਲਾ ਫਰਸ਼ ਕਿਉਂਕਿ ਲੈਵਲ ਤੇ ਨਹੀਂ, ਉਹ ਮੁੰਡਾ ਲਿਫਟ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ। ਉਹਦਾ ਪੈਰ ਉੱਚਾ ਨੀਵਾਂ ਹੋਣ ਕਾਰਨ ਡਗਮਗਾ ਜਾਂਦਾ। ਉਹਦੇ ਹੱਥ ਕੁੜੀ ਦੇ ਕੱਪੜਿਆਂ ਤੱਕ ਪਹੁੰਚ ਜਾਂਦੇ ਆ, ਕੱਪੜੇ ਖਿੱਚ ਹੋ ਜਾਂਦੇ ਆ। ਕੁੜੀ ਚੀਕ ਮਾਰਦੀ ਆ, ਮੁੰਡਾ ਘਬਰਾਹਟ ਵਿੱਚ ਬਾਹਰ ਆ ਜਾਂਦਾ, ਨਿਕਲ ਕੇ ਦੌੜ ਜਾਂਦਾ। ਥੱਲੇ ਦਫ਼ਤਰ 'ਚ ਬੈਠਾ ਇੱਕ ਗੋਰਾ ਕਰਮਚਾਰੀ ਉਹਦੀ ਗੋਰੀ ਦੀ ਚੀਕ ਸੁਣ ਕੇ ਤੇ ਉਸ ਕਾਲੇ ਮੂਲ ਦੇ ਵਿਅਕਤੀ ਦੇ ਭੱਜਣ ਦੇ ਉੱਤੋਂ ਅੰਦਾਜ਼ਾ ਲਾ ਲੈਂਦਾ ਕਿ ਮੁੰਡੇ ਨੇ ਕੁੜੀ ਦੇ ਨਾਲ ਜ਼ਬਰਦਸਤੀ ਕੀਤੀ ਆ। ਅਖਬਾਰਾਂ ਨੇ ਕਿਹਾ ਕਿ ਮੁੰਡੇ ਨੇ ਜ਼ਬਰਦਸਤੀ ਕੀਤੀ ਆ, ਪਰ ਦੂਜਾ ਪੱਖ ਇਹ ਸੀ ਕਿ ਇਹ ਸਮਝ ਲਿਆ ਗਿਆ ਕਿ ਜ਼ਬਰਦਸਤੀ ਕੀਤੀ, ਅਸਲ ਦੇ ਵਿੱਚ ਇੱਦਾਂ ਨਹੀਂ ਬਣਿਆ ਸੀ। ਅਸਲ ਦੇ ਵਿੱਚ ਰਾਈ ਦਾ ਪਹਾੜ ਬਣ ਗਿਆ। ਜਿਹੜੀਆਂ ਅਖਬਾਰਾਂ ਸੀ ਉਸ ਵੇਲੇ ਦੀਆਂ, ਉਹਨਾਂ ਨੇ ਇਸ ਚੀਜ਼ ਨੂੰ ਇੱਕ ਨੀਗਰੋ ਵੱਲੋਂ ਗੋਰੀ ਨਾਲ ਬਲਾਤਕਾਰ ਇੱਦਾਂ ਦੀ ਸੁਰਖੀ ਦੇ ਕੇ ਜਦੋਂ ਅਖਬਾਰਾਂ ਦੇ ਵਿੱਚ ਪੇਸ਼ ਕੀਤਾ ਤਾਂ ਜਿਹੜੇ ਉਹ ਰੇਸਿਸਟ ਕਿਸਮ ਦੇ ਲੋਕ ਸੀਗੇ ਉਹਨਾਂ ਨੇ ਸੜਕਾਂ ਦੇ ਉੱਤੇ ਆ ਕੇ ਉਹਨੂੰ ਜਿਹੜਾ ਉਹ ਮੁੰਡਾ ਸੀਗਾ ਕਾਲੇ ਮੂਲ ਦਾ ਉਹਨੂੰ ਗ੍ਰਿਫਤਾਰ ਕਰ ਲਿਆ। ਜੇਲ੍ਹ ਦੇ ਆਸ-ਪਾਸ ਹਥਿਆਰਬੰਦ ਉਹਨਾਂ ਗੋਰਿਆਂ ਦੀਆਂ ਭੀੜਾਂ ਜਮ੍ਹਾਂ ਹੋ ਜਾਂਦੀਆਂ ਤੇ ਜਿਹੜੇ ਕਾਲੇ ਮੂਲ ਦੇ ਲੋਕ ਆ ਉਹ ਵੀ 70-80 ਲੋਕ ਬੰਦੂਕਾਂ ਲੈ ਕੇ ਜੇਲ੍ਹ ਦੇ ਹਾਊਸ ਤੇ ਪਹੁੰਚ ਜਾਂਦੇ ਆ। ਜੇਲ੍ਹ ਅਫਸਰ ਦੇ ਕੋਲੋਂ ਜੇਲ੍ਹ ਦੀ ਸੁਰੱਖਿਆ ਕਰਨ ਵਾਸਤੇ ਇਜਾਜ਼ਤ ਮੰਗਦੇ ਆ, ਪਰ ਜਿਹੜਾ ਜੇਲ੍ਹ ਅਫਸਰ ਆ ਉਹ ਵੀ ਗੋਰਾ ਆ, ਉਹ ਇਜਾਜ਼ਤ ਨਹੀਂ ਦਿੰਦਾ। ਜੇਲ੍ਹ ਤੋਂ ਬਾਹਰ ਆਉਂਦੇ ਆ ਤੇ ਇੱਕ ਗੋਰਾ ਉਹਨਾਂ ਵਿੱਚੋਂ ਕਾਲੇ ਨਾਲ ਹੱਥੋਂ ਪਾਈ ਹੁੰਦਾ, ਗੋਲੀ ਚੱਲ ਜਾਂਦੀ ਆ। ਇਸ ਭੀੜ ਨੂੰ ਫੇਰ ਕਿਤੇ ਨਾ ਕਿਤੇ ਇਹ ਭੀੜ ਦੇ ਵਿੱਚ ਜਿੱਦਾਂ ਇੱਕ ਚਿੰਗਾਰੀ ਵੀ ਸੁੱਕੇ ਘਾਹ ਦੇ ਉੱਤੇ ਚਿੰਗਾਰੀ ਡਿੱਗ ਜਾਂਦੀ ਆ, ਬਸ ਫੇਰ ਕੀ ਸੀ, ਉਹਨਾਂ ਕਾਲੇ ਮੂਲ ਦੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਜਿਹੜੇ ਚਿੱਟੀ ਚਮੜੀ ਵਾਲੇ ਲੋਕਾਂ ਦੇ ਟੋਲੇ ਨੇ ਗ੍ਰੀਨਵੁੱਡ ਨੂੰ ਵਹੀਰਾਂ ਘੱਤ ਲੈਂਦੇ ਆ। 31 ਮਈ ਤੇ 1 ਜੂਨ ਦੇ ਵਿਚਕਾਰ ਘੱਟੋ ਘੱਟ 16 ਘੰਟੇ ਲਗਾਤਾਰ ਅਮਰੀਕਾ ਦੇ ਵਿੱਚ ਕਤਲੇਆਮ ਚੱਲਦਾ, ਲੁੱਟਮਾਰ ਹੁੰਦੀ ਆ, ਸਾੜ ਫੂਕ ਹੁੰਦੀ ਆ। ਉਹ ਜਿਹਨੂੰ ਕਾਲੇ ਮੂਲ ਦੇ ਲੋਕਾਂ ਦੀ ਵਾਲ ਸਟਰੀਟ ਕਿਹਾ ਜਾਂਦਾ ਸੀ, ਉਹਦੇ ਸਾਰੇ ਦਫ਼ਤਰ, ਦੁਕਾਨਾਂ, ਥੀਏਟਰ, ਸਕੂਲ, ਹਸਪਤਾਲ ਲੁੱਟ ਲਏ ਜਾਂਦੇ ਆ। ਅੱਗ ਲਾ ਦਿੱਤੀ ਜਾਂਦੀ ਆ ਉੱਥੇ। ਕਈ ਘੰਟੇ 1000 ਤੋਂ ਜ਼ਿਆਦਾ ਘਰ ਤਬਾਹ ਕਰ ਦਿੱਤੇ ਗਏ। 300 ਤੋਂ ਜ਼ਿਆਦਾ ਲੋਕ ਮਾਰੇ ਗਏ, ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਕਾਲੇ ਮੂਲ ਦੇ ਲੋਕਾਂ ਦੀ ਸੀਗੀ। ਔਰ ਦੁੱਖ ਦੀ ਗੱਲ ਇਹ ਹੈ ਕਿ ਹੌਲਨਾਕ ਘਟਨਾ ਏਡੀ ਵੱਡੀ ਵਾਪਰੀ ਆ ਤੇ ਇਹਦੇ ਵੱਲ ਲੋਕਾਂ ਦਾ ਧਿਆਨ ਵੀ ਇੰਨਾ ਜ਼ਿਆਦਾ ਨਹੀਂ ਜਾਂਦਾ। ਔਰ ਇਹਦੇ ਨਾਲ ਦੀਆਂ ਘਟਨਾਵਾਂ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਵਾਪਰੀਆਂ। ਤੇ ਜੋ ਬਾਈਡਨ ਅਮਰੀਕਾ ਦੇ ਰਾਸ਼ਟਰਪਤੀ ਨੇ ਅੱਜ ਇਸ ਕਤਲੇਆਮ ਦੀ 1 ਸਦੀ ਹੋਣ ਤੋਂ ਬਾਅਦ ਉਸ ਯਾਦਗਾਰੀ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਆ। ਪਹਿਲਾਂ ਸ਼ਾਇਦ ਕਦੇ ਕਿਸੇ ਰਾਸ਼ਟਰਪਤੀ ਵੱਲੋਂ ਉੱਥੋਂ ਦੇ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ। ਸੋ 100 ਸਾਲ ਭਾਵੇਂ ਇਸ ਕਾਂਡ ਨੂੰ ਹੋ ਗਿਆ, ਪਰ ਨਸਲਵਾਦ ਕਿਸੇ ਨਾ ਕਿਸੇ ਰੰਗ ਭੇਦ ਦੇ ਵਿੱਚ ਅਫਰੀਕਨ ਲੋਕਾਂ ਦੇ ਨਾਲ ਚੱਲ ਰਿਹਾ ਆ, ਜਿਹਦੀ ਇੱਕ ਕਿਤੇ ਨਾ ਕਿਤੇ ਘਟਨਾ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਾਰਜ ਫਲੋਇਡ ਦੀ ਹੱਤਿਆ ਦੇ ਰੂਪ ਦੇ ਵਿੱਚ ਆਉਂਦੀ ਆ, ਉਹਦੇ ਤੋਂ ਬਾਅਦ ਫਿਰ ਇੱਕ ਕਲੀਅਰ ਕੱਟ ਲਾਈਨ ਖਿੱਚੀ ਜਾਂਦੀ ਹੈ ਕਿ ਇਹਨਾਂ ਦਾ ਰੰਗ ਚਿੱਟਾ ਆ ਤੇ ਇਹਨਾਂ ਦਾ ਰੰਗ ਚਿੱਟਾ ਨਹੀਂ ਆ, ਇਹ ਸੁਪੀਰੀਅਰ ਆ, ਇਨਫੀਰੀਅਰ ਆ, ਇਹਨਾਂ ਦੋਵਾਂ ਦੇ ਵਿੱਚ ਇਹ ਬਰਾਬਰ ਨਹੀਂ ਆ। ਤੇ ਉਹ ਗੱਲਬਾਤ ਜਿਹੜੀ ਭਾਵੇਂ ਅੱਜ ਦੇ ਸਮੇਂ ਵਿੱਚ ਇਹ ਗੱਲਾਂ ਬਹੁਤ ਪੁਰਾਣੀਆਂ ਹੋ ਗਈਆਂ, ਪਰ ਫਿਰ ਵੀ ਇਤਿਹਾਸ ਦੇ ਵਿੱਚ ਜੋ ਕੁਝ ਵਾਪਰਿਆ ਉਹਨੂੰ ਯਾਦ ਜ਼ਰੂਰ ਰੱਖਣਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਇੱਦਾਂ ਦੀ ਕੋਈ ਘਟਨਾ ਨਾ ਵਾਪਰੇ। ਅੱਜ ਟੁਲਸਾ ਮੈਸੇਕਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯਾਦ ਕੀਤਾ, ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਔਰ ਬੜੇ ਸਖਤ ਸ਼ਬਦਾਂ ਦੇ ਵਿੱਚ ਅਮਰੀਕਾ ਦੇ ਇਤਿਹਾਸ ਦੇ ਉਸ ਕਾਲੇ ਦਿਨ ਦੀ ਨਿੰਦਾ ਵੀ ਕੀਤੀ ਹੈ।
दोस्तों जी गलबात कैमलूप शहर ਦੇ ਵਿੱਚ ਵਾਪਰੀ ਸੀ ਥੱਲੇ ਕਬਰਾਂ ਦੇ ਵਿੱਚੋਂ ਜਾਂ ਕਹ ਲਓ ਬਿਨਾਂ ਕਬਰਾਂ ਤੋਂ ਬੱਚੇ ਦੱਬੇ ਉਹਨਾਂ ਦੇ ਅਵਸ਼ੇਸ਼ ਮਿਲੇ ਆ ਉਹ ਗੱਲਬਾਤ ਠੰਡੀ ਨਹੀਂ ਪੈ ਰਹੀ ਜਿੱਦਾਂ ਜਿੱਦਾਂ ਸਮਾਂ ਲੰਘ ਰਿਹਾ ਉੱਦਾਂ ਉੱਦਾਂ ਇਹ ਘਟਨਾ ਹੋਰ ਹਾਈਲਾਈਟ ਹੋ ਰਹੀ ਆ ਹੋਰ ਜ਼ੋਰ ਫੜ ਰਹੀ ਆ ਕਿ 215 ਇੰਡੀਜੀਨੀਅਸ ਬੱਚੇ ਇਹਨਾਂ ਦੇ ਉੱਤੇ ਮਤਲਬ ਲੋਕਾਂ ਦੀਆਂ ਹੰਝੂ ਵਹਿ ਰਹੇ ਨੇ ਲੋਕਾਂ ਕੋਲੋਂ ਗੱਲ ਨਹੀਂ ਹੋ ਰਹੀ ਕਿ ਕੈਨੇਡਾ ਦੇ ਇਤਿਹਾਸ ਵਿੱਚ ਇਹ ਕੁਝ ਵਾਪਰਿਆ ਸੀ ਔਰ ਇੱਕ ਜਿਹਦੇ ਉੱਤੇ ਇਤਿਹਾਸ ਦੇ ਉਸ ਪੰਨੇ ਦਾ ਜਿਹੜਾ ਲਹੂ ਦੇ ਨਾਲ ਉਹ ਪੰਨਾ ਲਿਖਿਆ ਗਿਆ ਕਿ ਸਿਰਫ ਇਹ 215 ਨਹੀਂ ਇਹਦੇ ਪਿੱਛੇ ਕਿੰਨੇ ਖੋਰਨੇ ਗੱਲਾਂ ਬਾਤਾਂ ਚੱਲ ਰਹੀਆਂ ਲੋਕ ਕਹਿ ਰਹੇ ਆ ਕਿ ਹਰ ਇੱਕ ਇਸ ਕਬਰ ਦੇ ਪਿੱਛੇ ਇੱਕ ਮੌਤ ਆ ਤੇ ਹਰ ਇੱਕ ਮੌਤ ਦੇ ਪਿੱਛੇ ਇੱਕ ਬੱਚਾ ਆ ਬੱਚੇ ਦੇ ਪਿੱਛੇ ਉਹਦੀ ਇੱਕ ਕਹਾਣੀ ਆ ਕਹਾਣੀ ਉਹਦੇ ਦੁੱਖ ਦੀ ਆ ਕਹਾਣੀ ਉਹਦੀ ਸਫਰਿੰਗ ਦੀ ਆ ਕਹਾਣੀ ਉਹਦੀ ਆਪਣੇ ਮਾਪਿਆਂ ਤੋਂ ਅਲੱਗ ਹੋਣ ਦੀ ਆ ਤੇ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਆ ਉਹ ਹਜੇ ਤੱਕ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਹੁਣ ਇਹ ਗੱਲਬਾਤ ਚੱਲ ਰਹੀ ਹੈ ਕਿ ਜਿਹੜੇ ਲੋਕ ਇਹ ਕੰਮ ਦੇ ਲਈ ਜ਼ਿੰਮੇਵਾਰ ਆ ਉਹਨਾਂ ਦੀ ਪਛਾਣ ਕੀਤੀ ਜਾਵੇ ਕਿਉਂਕਿ ਮਾਮਲਾ ਬਹੁਤ ਸੰਵੇਦਨਸ਼ੀਲ ਆ ਇਸ ਮਾਮਲੇ ਨੂੰ ਹੁਣ ਅੱਜ ਤੱਕ ਵੀ ਇਸ ਸੁਰਖੀ ਹੋ ਜੋ ਦੁਨੀਆ ਦੇ ਵੱਖ-ਵੱਖ ਅਖਬਾਰਾਂ ਨੇ ਚੱਕਿਆ ਹੈ ਔਰ ਜਿਹੜੇ ਐਗਰਟਨ ਰੇਅਰਸਨ ਦਾ ਸਟੈਚੂ ਲੱਗਿਆ ਹੈ ਟੋਰਾਂਟੋ ਯੂਨੀਵਰਸਿਟੀ ਦੇ ਬਾਹਰ ਉਹਨੂੰ ਵੈਂਡਲਾਈਜ਼ ਕੀਤਾ ਗਿਆ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਦੋਂ ਇਹਨਾਂ ਬੱਚਿਆਂ ਦੀਆਂ ਇਹਨਾਂ ਅਵਸ਼ੇਸ਼ ਮਿਲਣ ਤੋਂ ਬਾਅਦ ਕਿਉਂਕਿ ਉਹ ਵਿਅਕਤੀ ਮੰਨਿਆ ਜਾਂਦਾ ਕਿ ਉਹ ਇਹਨਾਂ ਸਕੂਲਾਂ ਦਾ ਕਹਿ ਲਓ ਆਰਕੀਟੈਕਟ ਸੀ ਉਹ ਵਿਅਕਤੀ ਇਹ ਸਾਰੇ ਕੁਛ ਦੇ ਪਿੱਛੇ ਸੀਗਾ ਇੰਡੀਜੀਨੀਅਸ ਸਟੂਡੈਂਟਸ ਨੂੰ ਗਰੁੱਪਾਂ ਦੇ ਵਿੱਚੋਂ ਲਿਜਾ ਕੇ ਉੱਥੇ ਲਿਆ ਕੇ ਘਰਾਂ ਦੇ ਵਿੱਚੋਂ ਲਿਆ ਕੇ ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣਾ ਉਸ ਕੰਮ ਨੂੰ ਡਿਜ਼ਾਈਨ ਕਰਨ ਦੇ ਵਿੱਚ ਉਸ ਰੈਜ਼ੀਡੈਂਸ਼ੀਅਲ ਸਕੂਲ ਦੇ ਮਾਡਲ ਦੇ ਵਿੱਚ ਰੇਅਰਸਨ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਇਸ ਕਰਕੇ ਲੋਕਾਂ ਨੇ ਇਕੱਠੇ ਹੋ ਕੇ ਉੱਥੇ ਉਹਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਹੈ ਉਹ ਕਿਹਾ ਜਾ ਸਕਦਾ ਕਿ ਇਹ ਕੈਨੇਡਾ ਦੇ ਇਸ ਸਕੂਲ ਸਿਸਟਮ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਨ ਵਾਲਾ ਵਿਅਕਤੀ ਸੀਗਾ ਤੇ ਇਹ ਉਹਦੇ ਸਟੈਚੂ ਨੂੰ ਕਵਰ ਕੀਤਾ ਰੈੱਡ ਪੇਂਟ ਦੇ ਨਾਲ ਜਿਹਦੇ ਉੱਤੇ ਉਹਨਾਂ ਨੇ ਲਿਖਿਆ ਹੈ ਕਿ ਸ਼ੋ ਦ ਵਰਲਡ ਹਾਊ ਮੈਨੀ ਆਫ ਅਸ ਯੂ ਹੈਵ ਮਰਡਰਡ ਜਾਂ ਉਹਦੇ 'ਤੇ ਲਿਖਿਆ ਡਿਗ ਦੈਮ ਅਪ ਜਾਂ ਉਹਦੇ 'ਤੇ ਲਿਖਿਆ ਲੈਂਡ ਬੈਕ ਇਸ ਤਰ੍ਹਾਂ ਦੇ ਨਾਅਰੇ ਅੱਜ ਉੱਥੇ ਲਿਖਣ ਨੂੰ ਦੁਨੀਆ ਦੇ ਜਿਹੜੇ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇਹ ਗੱਲਬਾਤ ਚੱਲੀ ਹੈ ਯੂਨੀਵਰਸਿਟੀ ਨੇ ਦੱਸਿਆ ਆ ਕਿ ਜਿਹੜੀ ਉੱਥੇ ਇੱਕ ਟਾਸਕ ਫੋਰਸ ਨੂੰ ਨਵੰਬਰ 2020 ਦੇ ਵਿੱਚ ਕੀਤਾ ਸੀਗਾ ਕਿ ਇਹਦੀ ਡਿਟੇਲ ਜਿਹੜੀ ਹਿਸਟੋਰੀਕਲ ਰਿਸਰਚ ਆ ਉਹ ਕੀਤੀ ਜਾਵੇ ਤੇ ਇਹਦੇ ਤੋਂ ਬਾਅਦ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਇਸ ਕਿਸਮ ਦੇ ਲੋਕਾਂ ਦੇ ਬੁੱਤ ਲੱਗੇ ਆ ਇਹ ਘਟਨਾਵਾਂ ਕਈ ਵਾਰੀ ਬਹੁਤ ਇੱਕ ਦੂਜੇ ਨਾਲ ਰਲਦੀਆਂ ਮਿਲਦੀਆਂ ਵਾਪਰਦੀਆਂ ਜਦੋਂ ਬਲੈਕ ਲਾਈਫ ਮੈਟਰ ਦਾ ਜਿਹੜਾ ਨਾਅਰਾ ਲੱਗਿਆ ਸੀ ਇਸ ਵੇਲੇ ਦੁਨੀਆ ਦੇ ਵਿੱਚ ਗੱਲਬਾਤ ਚੱਲੀ ਸੀ ਉਸ ਵੇਲੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਚਾਹੇ ਉਹ ਇੰਗਲੈਂਡ ਦੇ ਵਿੱਚ ਸੀਗੇ ਚਾਹੇ ਹੋਰ ਕਿਤੇ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੀ ਹੁਣ ਕੈਨੇਡਾ ਦੇ ਵਿੱਚ ਵਾਪਰ ਰਹੀਆਂ ਇਹਦੇ ਪਿੱਛੇ ਕਾਰਨ ਕੋਈ ਹੋਰ ਆ ਤੇ ਇਹ ਕਾਰਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰਿਵਿਊ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਗਿਣਤੀ ਕਿੰਨੀ ਸੀ ਇਹਨਾਂ ਲੋਕਾਂ ਦੀ ਜਿਹੜੇ ਬੱਚੇ ਮਾਰੇ ਗਏ ਆ ਹਜ਼ਾਰਾਂ ਦੇ ਵਿੱਚ ਗਿਣਤੀ ਦੱਸੀ ਜਾ ਰਹੀ ਆ ਕੌਣ ਸੀ ਜਿਹਨੇ ਸਕੂਲ ਬਣਾਏ ਸੀ ਇਹਨਾਂ ਦਾ ਜਨਮਦਾਤਾ ਕੌਣ ਸੀ ਇਹਨਾਂ ਦਾ ਆਰਕੀਟੈਕਟ ਕੌਣ ਸੀ ਉਹਨੂੰ ਲਾਗੂ ਕਿਹਨੇ ਕੀਤਾ ਉਹਦੇ ਲਈ ਕਿਹੜੀਆਂ ਸਰਕਾਰਾਂ ਜ਼ਿੰਮੇਵਾਰ ਸੀ ਕਿਹੜੀਆਂ ਸਰਕਾਰਾਂ ਨੇ ਕੀ ਕੀਤਾ ਇਹ ਸਾਰਾ ਕੁਝ ਹੁਣ ਇਹਨਾਂ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਖਬਰ ਭਖ ਰਹੀ ਆ ਤੇ ਲੋਕ ਇਹਦੇ ਬਾਰੇ ਹੋਰ ਜਾਣਨਾ ਚਾਹੁੰਦੇ ਆ ਕਿ ਇਤਿਹਾਸ ਦੇ ਵਿੱਚ ਵਾਪਰਿਆ ਕੀ ਸੀ ਦੋਸਤੋ ਵੱਖ-ਵੱਖ ਥਾਵਾਂ ਦੇ ਉੱਤੇ ਜਿੱਦਾਂ ਜਿੱਦਾਂ ਕੋਵਿਡ ਦਾ ਅਸਰ ਹਟ ਰਿਹਾ ਉਹ ਪ੍ਰੋਵਿੰਸ ਇੱਕ ਕਰਕੇ ਖੁੱਲ੍ਹ ਰਹੇ ਆ BC ਦੇ ਵਿੱਚ ਬਹੁਤ ਸਾਰੀਆਂ ਖੁੱਲ੍ਹਾਂ ਮਿਲ ਰਹੀਆਂ ਅਲਬਰਟਾ ਦੇ ਵਿੱਚ ਬਹੁਤ ਸਾਰੀਆਂ ਖੁੱਲ੍ਹਾਂ ਮਿਲ ਰਹੀਆਂ ਅੰਟੈਰੀਓ ਦੇ ਬਿਜ਼ਨਸ ਵਾਲੇ ਅੰਟੈਰੀਓ ਦੇ ਵਿੱਚ ਮਿਲਣ ਵਾਲੀਆਂ ਖੁੱਲ੍ਹਾਂ ਤੋਂ ਖੁਸ਼ ਨਹੀਂ ਆ ਅੰਟੈਰੀਓ ਦੇ ਵਿੱਚ ਸਟੇ ਐਟ ਹੋਮ ਆਰਡਰ ਕੱਲ੍ਹ ਨੂੰ ਐਕਸਪਾਇਰ ਹੋ ਜਾਣਾ ਆ ਤੇ ਪ੍ਰੋਵਿੰਸ ਇਹ ਗੱਲ ਕਹਿ ਰਿਹਾ ਹੈ ਕਿ ਇਹਨਾਂ ਕੋਲ ਸਟੇਜ 1 ਨੂੰ ਓਪਨ ਕਰਨ ਦੇ ਲਈ ਉਸ ਤਰ੍ਹਾਂ ਦਾ ਪਲਾਨ ਨਹੀਂ ਆ ਅਸਲ ਦੇ ਵਿੱਚ ਜਿਹੜੇ ਉੱਥੋਂ ਦੇ ਰਿਟੇਲ ਓਪਨਿੰਗ ਆ ਪੈਟੀਓ ਓਪਨਿੰਗ ਆ 15% ਕਪੈਸਿਟੀ ਦੇ ਨਾਲ ਲੱਗਦਾ ਹੈ ਕਿ 14 ਜੂਨ ਤੱਕ ਨਹੀਂ ਹੋਣਾ ਇੱਥੋਂ ਤੱਕ ਹੇਅਰ ਸਲੂਨ ਵੀ ਅੰਟੈਰੀਓ ਦੇ ਵਿੱਚ ਬੰਦ ਆ ਤੇ ਉਹ ਵੀ ਨਹੀਂ ਓਪਨ ਹੋ ਰਿਹਾ ਅਜੇ ਲਗਭਗ ਕਿਤੇ ਜੁਲਾਈ ਦੇ ਵਿੱਚ ਜਾ ਕੇ ਇਹ ਖੁੱਲ੍ਹਣਗੇ ਜਦੋਂ ਪ੍ਰੋਵਿੰਸ ਸਟੇਜ 2 ਦੇ ਵਿੱਚ ਐਂਟਰ ਕਰੂਗਾ ਇਸੇ ਤਰ੍ਹਾਂ ਜਿਮ ਜਿਹੜੇ ਆ ਉਹ ਵੀ ਬੰਦ ਰਹਿਣਗੇ ਅੰਟਾਰੀਓ ਦੇ ਵਿੱਚ ਸਟੇਜ 3 ਤੱਕ 3 ਸਟੇਜ ਦਾ ਮਤਲਬ ਆ ਕਿ ਜੁਲਾਈ ਦਾ ਐਂਡ ਜਾਂ ਅਗਸਤ ਦੀ ਸ਼ੁਰੂਆਤ ਜਿਹੜੀ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਿਸ ਆ ਉਹਨੇ ਇੱਕ ਕਾਲ ਕੀਤੀ ਆ ਫੋਰਡ ਗਵਰਨਮੈਂਟ ਦੇ ਲਈ ਉਹਨਾਂ ਨੇ ਬੇਨਤੀ ਕੀਤੀ ਆ ਕਹਿ ਲਓ ਕਿ ਜਿਹੜੀ ਰੀਓਪਨਿੰਗ ਪਲਾਨ ਆ ਇਹਨੂੰ ਰਿਵਾਈਜ਼ ਕਰੋ ਕਿ ਇਹ ਇਹੋ ਜਿਹੀ ਗੱਲ ਅੰਟੈਰੀਓ ਦੇ ਵਿੱਚ ਹੋਊਗੀ ਕਿ ਸਾਰੇ ਪ੍ਰੋਵਿੰਸ ਇੱਕ ਇੱਕ ਕਰਕੇ ਖੁੱਲ੍ਹ ਰਿਹਾ ਸਾਰੇ ਪ੍ਰੋਵਿੰਸ ਦੇ ਵਿੱਚ ਖੁੱਲ੍ਹਾਂ ਮਿਲ ਰਹੀਆਂ ਤੇ ਅੰਟੈਰੀਓ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹਨੂੰ ਇਮੀਡੀਏਟਲੀ ਰੀਓਪਨ ਕਰ ਦਿਓ ਇਹਦੀ ਜਿਹੜੇ ਇਕੋਨਮੀ ਦੇ ਵੱਖ-ਵੱਖ ਭਾਗ ਆ ਇਹਦੇ ਵਿੱਚ ਨੌਨ ਅਸੈਂਸ਼ੀਅਲ ਰਿਟੇਲ ਆ ਰੈਸਟੋਰੈਂਟਸ ਆ ਜਿਮਸ ਆ ਇਹਨਾਂ ਸਾਰਿਆਂ ਨੂੰ ਖੋਲ੍ਹ ਦਿਓ
ਔਰ ਇੱਕਦਮ ਖੋਲ ਦਿਓ, ਉਹਦੇ ਵਿੱਚ ਦੇਰੀ ਨਾ ਕਰੋ। ਇੱਕ ਓਪਨ ਲੈਟਰ ਉਹਨਾਂ ਨੇ ਲਿਖੀ ਆ ਮੰਗਲਵਾਰ ਅੱਜ ਦੇ ਦਿਨ CFIB ਨੇ, ਜਿਹਦੇ ਵਿੱਚ ਫੋਰਡ ਸਰਕਾਰ ਦੇ ਉੱਤੇ ਰੀਓਪਨਿੰਗ ਪਲਾਨ ਨੂੰ ਕਿਹਾ ਕਿ ਬਹੁਤ ਜ਼ਿਆਦਾ ਸਲੋ ਆ, ਕਿ ਇਸ ਤਰ੍ਹਾਂ ਜਿਹੜੇ ਬਿਜ਼ਨਸ ਆ ਉਹ ਸਾਰੇ ਮਰ ਜਾਣਗੇ। ਉਹਨਾਂ ਨੇ ਉਹਨੂੰ ਬੇਨਤੀ ਕੀਤੀ ਹੈ ਪ੍ਰੀਮੀਅਰ ਨੂੰ ਕਿ ਤੁਸੀਂ ਇਹਨੂੰ ਰਿਵਾਈਜ਼ ਕਰੋ, ਇਹਦੇ ਬਾਰੇ ਮੁੜ ਤੋਂ ਸੋਚੋ, ਜਿਹੜੀਆਂ ਡੇਟਸ ਆ ਇਹਨਾਂ ਨੂੰ ਠੀਕ ਠਾਕ ਕਰੋ, ਨਹੀਂ ਤਾਂ ਇਹਦੇ ਨਾਲ ਬਹੁਤ ਸਾਰੇ ਪ੍ਰੋਵਿੰਸ ਦਾ ਜਿਹੜਾ ਨੁਕਸਾਨ ਹੋ ਜਾਊਗਾ। ਇਹ ਗੱਲ ਉਹਨਾਂ ਨੇ ਮੰਨੀ ਆ। ਜਿਹੜੇ ਓਨਟਾਰੀਓ ਦੇ ਬਿਜ਼ਨਸ ਵਾਲੀ ਐਸੋਸੀਏਸ਼ਨ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਰੇ ਪ੍ਰੋਵਿੰਸਿਸ ਨੇ ਬਿਜ਼ਨਸ ਲੋਕਡਾਊਨ ਕੀਤੇ ਆ, ਹਰ ਇੱਕ ਪੁਆਇੰਟ ਤੇ ਜਾ ਕੇ ਪੈਂਡੈਮਿਕ ਦੇ ਵਿੱਚ ਹੋਇਆ। ਇਹ ਓਨਟਾਰੀਓ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੋਈ, ਪਰ ਕੋਈ ਵੀ ਜੁਰਿਸਡਿਕਸ਼ਨ ਪੂਰੇ ਨਾਰਥ ਅਮਰੀਕਾ ਦੇ ਵਿੱਚ ਜਾਂ ਇੱਥੋਂ ਤੱਕ ਕਿ ਦੁਨੀਆ ਦੇ ਵਿੱਚ ਵੀ ਬਹੁਤ ਘੱਟ ਆ ਜਿੱਥੇ ਇਦਾਂ ਦਾ ਲੋਕਡਾਊਨ ਕੀਤਾ ਹੋਵੇ, ਇਸ ਤਰ੍ਹਾਂ ਦਾ ਬਿਜ਼ਨਸਿਸ ਦਾ ਲੋਕਡਾਊਨ ਇੰਨੇ ਲੰਬੇ ਸਮੇਂ ਦੇ ਲਈ ਕੀਤਾ ਹੋਵੇ ਜਿੱਦਾਂ ਦਾ ਓਨਟਾਰੀਓ ਦੇ ਵਿੱਚ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਕਹਿੰਦੇ ਇੱਕ ਉਦਾਹਰਨ ਆ। ਇਹਦੇ ਵਿੱਚ ਜਿਹੜਾ ਉਹਨਾਂ ਨੇ ਫਰੇਜ਼ ਵਾਰ-ਵਾਰ ਵਰਤਿਆ, ਓਨਲੀ ਓਨਟਾਰੀਓ, ਓਨਲੀ ਇਨ ਓਨਟਾਰੀਓ, ਕਿ ਇੱਥੇ ਹੀ ਇਹ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਕਿ ਇੱਕ ਜਿਹੜੇ ਬਹੁਤ ਸਾਰੇ ਚੀਜ਼ਾਂ ਆ ਉਹ ਮਤਲਬ ਕਾਮਨ ਰਹੀ ਹੈ ਇਹ ਚੀਜ਼ ਓਨਲੀ ਇਨ ਓਨਟਾਰੀਓ। ਉਹਨਾਂ ਨੇ ਗੱਲ ਕੀਤੀ ਹੈ ਬ੍ਰਿਟਿਸ਼ ਕੋਲੰਬੀਆ ਦੀ, ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਟੇਲਰ ਕਦੇ ਬੰਦ ਹੀ ਨਹੀਂ ਹੋਏ, ਇਨ ਸਟੋਰ ਕਸਟਮਰ ਕਦੇ ਬੰਦ ਹੀ ਨਹੀਂ ਹੋਏ। ਤੇ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਸਕਦੇ ਆ ਠੀਕ ਆ, ਓਨਟਾਰੀਓ ਦੇ ਵਿੱਚ ਥੋੜ੍ਹੀ ਬਹੁਤੀ ਜਿਹੜੇ ਕੋਵਿਡ ਦੇ ਕੇਸਿਸ ਜ਼ਿਆਦਾ ਹੋ ਸਕਦੇ ਆ, ਪਰ ਜਿੰਨੀ ਸਲੋ ਇਹ ਰੀਓਪਨਿੰਗ ਪਲਾਨ ਆ ਇਹਦੇ ਨਾਲ ਬਹੁਤ ਸਾਰਾ ਨੁਕਸਾਨ ਹੋਊਗਾ। ਉਹਨਾਂ ਨੇ ਖਾਸ ਤੌਰ ਤੇ ਬੇਨਤੀ ਕੀਤੀ ਆ ਫੋਰਡ ਸਰਕਾਰ ਨੂੰ ਕਿ ਤੁਸੀਂ ਇਹਦੇ ਬਾਰੇ ਦੁਬਾਰਾ ਸੋਚੋ, ਨਹੀਂ ਤਾਂ ਨੁਕਸਾਨ ਬਹੁਤ ਵੱਡਾ ਹੋ ਸਕਦਾ। ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੇਸ ਘਟਦੇ ਆ, ਸਰਕਾਰ ਦੁਬਾਰਾ ਇਹਦੇ ਉੱਤੇ ਵਿਚਾਰ ਕਰਕੇ ਕੁਛ ਨਾ ਕੁਛ ਕਰਦੀ ਹੈ, ਜਾਂ ਇਸੇ ਤਰ੍ਹਾਂ ਜਿਹੜਾ ਪਲਾਨ ਉਹਨਾਂ ਨੇ ਦਿੱਤਾ ਇਹਦੇ ਤਹਿਤ ਹੌਲੀ ਹੌਲੀ ਕਰਕੇ ਓਨਟਾਰੀਓ ਦੇ ਵਿੱਚ ਖੁੱਲ੍ਹਾਂ ਮਿਲਣਗੇ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਖਬਰਾਂ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।